ਤਾਂ ਹੀ ਤਾਂ ਕਿਹਾ ਜਾਂਦਾ ਕਿ ਜਦੋਂ ਗੁਰੂਆਂ ਰਹਿਬਰਾਂ ਫਕੀਰਾਂ ਦੇ ਜੀਵਨ ਦੀ ਗੱਲ ਆਉਂਦੀ ਹੈ ਨਾ, ਤਾਂ ਇਹ ਗੱਲ ਆਸ਼ਿਕਾਂ ਵਾਸਤੇ ਹੁੰਦੀ ਹੈ, ਕਿਉਂਕਿ ਆਸ਼ਿਕ ਹੀ ਉਹ ਚੀਜ਼ ਨੂੰ ਸਮਝ ਸਕਦੇ ਹੈ। ਆਸ਼ਿਕ ਕਿਉਂ ਸਮਝ ਸਕਦੇ ਹੈ? ਕਿਉਂਕਿ ਆਸ਼ਿਕਾਂ ਨੇ ਜਦ ਵੀ ਆਪਣੇ ਮਹਿਬੂਬ ਦੀ ਗੱਲ ਸੁਣਨੀ ਹੈ, ਦਿਲੋਂ ਸੁਣਨੀ ਹੈ। ਤਾਂ ਇੱਕ ਦੁਨੀਆਦਾਰ ਨੇ ਜਦ ਵੀ ਸੁਣਨੀ ਹੈ, ਉਹਨਾਂ ਦਿਮਾਗ ਨਾਲ ਸੁਣਨੀ ਹੈ। ਜਿੱਦਾਂ ਤੁਸੀਂ ਕਿਸੇ ਦਿਮਾਗ ਵਾਲੇ ਬੰਦੇ ਨੂੰ ਕਹਿ ਦਿਓ, ਆਹ ਦੇਖ ਗੁਲਾਬ, ਜਿੱਦਾਂ ਫਰਜ਼ ਕਰੋ ਐਦਾਂ ਸਮਝ ਲਈਏ ਕਿ ਕਿਸੇ ਲੈਬੋਰਟਰੀ ਵਿੱਚ ਲੈ ਜਾਓ ਗੁਲਾਬ ਨੂੰ ਕਿ ਆਹ ਦੇਖ ਗੁਲਾਬ ਕਿੰਨਾ ਸੁੰਦਰ ਹੈ, ਤਾਂ ਲੈਬੋਰਟਰੀ ਵਾਲੇ ਨੇ ਕਹਿਣਾ ਲੈ ਹੁਣੇ ਟੈਸਟ ਕਰਦੇ ਕਿੱਥੇ ਸੁੰਦਰਤਾ ਇਹਦੀ, ਹੁਣੇ ਚੈੱਕ ਕਰ ਲੈਂਦੇ ਕਿੱਥੇ ਸੁੰਦਰਤਾ ਹੈ। ਉਹ ਮਸ਼ੀਨਾਂ 'ਚ ਪਾਏਗਾ, ਗੁਲਾਬ ਨੂੰ ਤੋੜ ਤੋੜ ਕੇ ਦੇਖੇਗਾ, ਉਹ ਸਭ ਕੁਝ ਦੱਸ ਦੇਗਾ 'ਚ ਪਾਣੀ ਕਿੰਨਾ ਹੈ, 'ਚ ਖਾਦ ਕਿੰਨੀ ਹੈ, 'ਚ ਫਲਾਨੀ ਚੀਜ਼ ਕਿੰਨੀ ਹੈ, ਪਰ ਇਹ ਨਹੀਂ ਦੱਸ ਪਾਏਗਾ ਦੀ ਖੂਬਸੂਰਤੀ ਕਿੰਨੀ ਹੈ, ਕਿਉਂਕਿ ਖੂਬਸੂਰਤੀ ਕਿਸੇ ਮਸ਼ੀਨ 'ਚ ਨਹੀਂ ਆਉਂਦੀ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਹੁਣ ਤੁਸੀਂ ਬੈਠੇ ਹੋ, ਤੁਹਾਡਾ ਐਕਸਰੇ ਲਿਆ ਜਾਵੇ, ਤੁਹਾਡੀ ਸਕੈਨ ਕੀਤੀ ਜਾਵੇ, ਤੁਹਾਡੀ ਬੋਡੀ ਦੇ ਪਾਰਟਾਂ ਦਾ ਪਤਾ ਲੱਗ ਜਾਏਗਾ, ਹੱਡੀਆਂ ਕਿੰਨੀਆਂ ਹੈ, ਫੇਫੜੇ ਕਿੱਦਾਂ ਹੈ, ਗੁਰਦੇ ਕਿੱਦਾਂ ਹੈ, ਅੰਦਰ ਖੂਨ ਕਿੱਦਾਂ ਚੱਲਦਾ ਹੈ, ਕਿੱਥੇ ਬਲੌਕੇਜ ਹੈ। ਪਰ ਜੇ ਕੋਈ ਕਵੇ ਇਹ ਮਸ਼ੀਨਾਂ 'ਚ ਤੁਹਾਡੇ ਅੰਦਰਲਾ ਪ੍ਰੇਮ ਆ ਜਾਏਗਾ ਕਿ ਤੁਹਾਡੇ ਦਿਲ 'ਚ ਪ੍ਰੇਮ ਕਿੰਨਾ ਹੈ, ਤਾਂ ਪ੍ਰੇਮ ਨੂੰ ਪਕੜ ਸਕੇ ਕੋਈ ਮਸ਼ੀਨ ਹੈ ਨਹੀਂ। ਬੋਲੋ ਸਮਝਦੇ ਹੋ ਕਿ ਨਹੀਂ? ਕੀ ਕੋਈ ਮਸ਼ੀਨ ਦੱਸ ਸਕਦੀ ਹੈ ਕਿ ਇੱਕ ਮਾਂ ਦੇ ਦਿਲ 'ਚ ਆਪਣੇ ਬੱਚੇ ਵਾਸਤੇ ਕਿੰਨਾ ਪਿਆਰ ਹੈ, ਕਿੰਨੇ ਪਰਸੈਂਟ ਪਿਆਰ ਹੈ? ਕੀ ਇੱਕ ਮਸ਼ੀਨ ਦੱਸ ਸਕਦੀ ਹੈ ਕਿ ਇੱਕ ਬਾਪ ਆਪਣੇ ਬੱਚੇ ਨੂੰ ਕਿੰਨਾ ਪਿਆਰ ਕਰਦਾ ਹੈ? ਕੀ ਇੱਕ ਮਸ਼ੀਨ ਦੱਸ ਸਕਦੀ ਹੈ ਕਿ ਇੱਕ ਪ੍ਰੇਮੀ ਆਪਣੇ ਮਹਿਬੂਬ ਨੂੰ ਕਿੰਨਾ ਪਿਆਰ ਕਰ ਸਕਦਾ ਹੈ? ਕੋਈ ਦੁਨੀਆ ਤੇ ਐਸੀ ਮਸ਼ੀਨ ਨਹੀਂ ਬਣੀ ਜਿਹੜੀ ਇਹ ਚੀਜ਼ ਨੂੰ ਨਾਪ ਸਕੇ। ਜਰਾ ਧਿਆਨ ਦੇਣ ਵਾਲੀ ਗੱਲ ਹੈ। ਇਸੇ ਤਰ੍ਹਾਂ ਅਸੀਂ ਇਹ ਕਹਿ ਰਹੇ ਹਾਂ ਕਿ ਜੇ ਦਿਮਾਗ ਨਾਲ ਸੋਚਣ ਦੀ ਕੋਸ਼ਿਸ਼ ਕਰਾਂਗੇ, ਫਿਰ ਤਾਂ ਉਹੀ ਗੱਲ ਹੈ ਕਿ ਐਕਸਰੇ ਦੇ ਸਾਹਮਣੇ ਬੰਦੇ ਨੂੰ ਖੜਾ ਕਰਕੇ ਅਸੀਂ ਉਹਦੇ ਪਿਆਰ ਦਾ ਦੇਖਣ ਦੀ ਕੋਸ਼ਿਸ਼ ਕਰਦੇ ਕਿ ਐਕਸਰੇ ਵਿੱਚ ਪਿਆਰ ਦਾ ਪਤਾ ਲੱਗ ਜਾਵੇ, ਹੱਡੀਆਂ ਦਾ ਤਾਂ ਪਤਾ ਲੱਗ ਜਾਏਗਾ ਕਿੰਨੀਆਂ ਟੁੱਟੀਆਂ ਕਿੰਨੀਆਂ ਸਲਾਮਤ, ਪਰ ਉਹਦੇ ਪਿਆਰ ਦੀ ਖਬਰ ਕਿੱਥੋਂ ਆਏਗੀ? ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਪ੍ਰੇਮ ਇੱਕ ਭਾਵ ਹੈ ਜਿਹਨੂੰ ਅਸੀਂ ਭਾਵ ਦੇ ਨਾਲ, ਹਿਰਦੇ ਨਾਲ ਹੀ ਸਮਝ ਸਕਦੇ ਹਾਂ। ਇਸੇ ਲਈ ਅਸੀਂ ਕਿਹਾ ਕਿ ਅੰਦਰ ਪ੍ਰੇਮ ਦਾ ਔਰ ਵਿਸ਼ਵਾਸ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਇਹੀ ਉਹ ਦੋ ਚੀਜ਼ਾਂ ਹੈ ਜੋ ਸਾਨੂੰ ਉਸ ਪਰਮਾਤਮਾ ਨਾਲ ਜੋੜਦੀਆਂ ਹੈ ਜੋ ਪਰਮਾਤਮਾ ਸਭ ਦੇ ਅੰਦਰ ਰਮਿਆ ਹੋਇਆ ਹੈ। ਅਗਰ ਅਸੀਂ ਉਸ ਅਨੰਤ ਪ੍ਰਭੂ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਆਪਣੇ ਅੰਦਰੋਂ ਪ੍ਰੇਮ ਔਰ ਵਿਸ਼ਵਾਸ ਪੈਦਾ ਕਰਨਾ ਪਏਗਾ। ਪ੍ਰੇਮ ਔਰ ਵਿਸ਼ਵਾਸ ਦੇ ਮਾਰਗ ਤੇ ਚੱਲ ਕੇ ਹੀ ਪ੍ਰਭੂ ਤੱਕ ਪਹੁੰਚ ਸਕਦੇ ਹਾਂ। ਇਸ ਲਈ ਇਹ ਗੱਲ ਯਾਦ ਰੱਖਣਾ। ਔਰ ਇਹ ਵੀ ਗੱਲ ਦੱਸਣੀ ਚਾਹਾਂਗੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਜਾਂ ਹਜ਼ੂਰ ਮੁਹੰਮਦ, ਇਹ ਨਾਮ ਹੀ ਦੋ ਹੈ ਪਰ ਇਹਨਾਂ ਦੀ ਮੰਜ਼ਿਲ ਤਾਂ ਇੱਕੋ ਹੀ ਹੈ, ਕਿਉਂਕਿ ਜਿੰਨੇ ਵੀ ਗੁਰੂ ਰਹਿਬਰ ਸੰਤ ਮਹਾਪੁਰਸ਼ ਦੁਨੀਆ ਤੇ ਆਏ ਹੈ, ਉਹਨਾਂ ਦੇ ਦੇਸ਼ ਅਲੱਗ ਹੋ ਸਕਦੇ ਹੈ, ਪਹਿਰਾਵੇ ਅਲੱਗ ਹੋ ਸਕਦੇ ਹੈ, ਨਾਮ ਅਲੱਗ ਹੋ ਸਕਦੇ ਹੈ, ਰੂਪ ਰੰਗ ਅਲੱਗ ਹੋ ਸਕਦੇ ਹੈ, ਪਰ ਸਾਰਿਆਂ ਦੀ ਮੰਜ਼ਿਲ ਤਾਂ ਇੱਕੋ ਹੀ ਹੈ। ਉਹ ਪਰਮਾਤਮਾ ਇੱਕੋ ਹੀ ਹੈ, ਉਹ ਨਿਰੰਕਾਰ ਇੱਕੋ ਹੀ ਹੈ, ਉਹ ਪ੍ਰਭੂ। ਜਿੱਦਾਂ ਇਦਾਂ ਸਮਝ ਲਓ ਕਿ ਬੰਦਾ ਕਹਿੰਦਾ ਦੇਸ਼ ਇੰਡੀਆ ਵੀ ਹੈ, ਪਾਕਿਸਤਾਨ ਵੀ ਹੈ, ਦੁਬਈ ਵੀ ਹੈ, ਕੈਨੇਡਾ ਵੀ ਹੈ, ਇੰਗਲੈਂਡ ਵੀ ਹੈ, ਕਤਰ ਵੀ ਹੈ। ਹੁਣ ਦੇਸ਼ ਦੁਨੀਆ ਤੇ ਕਈ ਹੋ ਸਕਦੇ ਹੈ, ਪਰ ਜੇ ਅਸੀਂ ਦੇਖੀਏ ਉੱਪਰ ਨੂੰ ਦੂਰਬੀਨ ਲਾ ਕੇ ਤਾਂ ਸੂਰਜ ਤਾਂ ਇੱਕੋ ਹੀ ਹੈ ਜੋ ਸਭ ਨੂੰ ਰੋਸ਼ਨੀ ਦੇ ਰਿਹਾ। ਇਹ ਨਹੀਂ ਬੰਦਾ ਕਹਿ ਸਕਦਾ ਇੰਡੀਆ ਦਾ ਸੂਰਜ ਹੋਰ ਹੈ ਤਾਂ ਕੈਨੇਡਾ ਦਾ ਸੂਰਜ ਹੋਰ ਹੈ, ਅਮਰੀਕਾ ਦਾ ਹੋਰ ਹੈ ਤੇ ਇੰਗਲੈਂਡ ਦਾ ਹੋਰ ਹੈ, ਕਿਉਂਕਿ ਉੱਪਰੋਂ ਜਿੱਥੋਂ ਪ੍ਰਕਾਸ਼ ਆ ਰਿਹਾ ਉਹ ਸੂਰਜ ਤਾਂ ਇੱਕੋ ਹੀ ਹੈ। ਇਸੇ ਤਰ੍ਹਾਂ ਇਨਸਾਨ ਅਰਬਾਂ ਖਰਬਾਂ ਹੋ ਸਕਦੇ ਹੈ, ਪਰ ਸਭ ਨੂੰ ਜੀਵਨ ਦੇਣ ਵਾਲਾ, ਸਭ ਨੂੰ ਪੈਦਾ ਕਰਨ ਵਾਲਾ, ਉਹ ਸ਼ਕਤੀ ਦਾ ਸਰੋਤ ਉਹ ਇੱਕੋ ਹੀ ਹੈ। ਇਸ ਲਈ ਜਦੋਂ ਤੱਕ ਅਸੀਂ ਬਾਹਰ ਪਹਿਰਾਵਿਆਂ ਨੂੰ ਦੇਖਾਂਗੇ, ਜਦੋਂ ਤੱਕ ਬਾਹਰ ਨਾਮਾਂ ਨੂੰ ਦੇਖਾਂਗੇ, ਸਾਨੂੰ ਸਾਰੇ ਅਲੱਗ-ਅਲੱਗ ਨਜ਼ਰ ਆਣਗੇ। ਪਰ ਜਦੋਂ ਸਾਡੀ ਵਿਵੇਕ ਦੀ ਅੱਖ ਖੁੱਲੇਗੀ, ਕਿਉਂਕਿ ਵਿਵੇਕ ਦਾ ਮਤਲਬ ਕੀ ਹੈ? ਜਿੱਦਾਂ ਕਹਿੰਦੇ ਨਾ ਸਵਾਮੀ ਵਿਵੇਕਾਨੰਦ, ਇਹਨਾਂ ਦਾ ਨਾਮ ਵਿਵੇਕਾਨੰਦ ਨਹੀਂ ਸੀ। ਵਿਵੇਕਾਨੰਦ ਨਾਮ ਕਿਹਨਾਂ ਦਿੱਤਾ? ਇਹਨਾਂ ਦੇ ਗੁਰੂ ਨੇ, ਰਾਮਕ੍ਰਿਸ਼ਨ ਪਰਮਹੰਸ ਨੇ ਇਹਨਾਂ ਨੂੰ ਨਾਮ ਦਿੱਤਾ ਵਿਵੇਕਾਨੰਦ। ਔਰ ਉਹ ਤੋਂ ਪਹਿਲਾਂ ਨਾਮ ਕੀ ਸੀ ਇਹਨਾਂ ਦਾ ਪਤਾ ਕਿਸੇ ਨੂੰ? ਨਰਿੰਦਰ। ਜ਼ਰਾ ਗੌਰ ਕਰਨਾ, ਨਰਿੰਦਰ ਨਾਮ ਸੀ ਉਹਨਾਂ ਦਾ। ਪਰ ਜਦੋਂ ਉਸ ਗਿਆਨ ਨੂੰ ਪਾਇਆ, ਵਿਵੇਕ ਦੀ ਅੱਖ ਖੁੱਲੀ, ਤਾਂ ਫਿਰ ਉਹਨਾਂ ਨੇ ਕਿਹਾ ਵਿਵੇਕਾਨੰਦ। ਵਿਵੇਕ ਯਾਨੀ ਉਹ ਗਿਆਨ ਦੀ ਅੱਖ ਖੁੱਲਦੀ ਹੈ, ਫਿਰ ਇਨਸਾਨ ਆਨੰਦ ਤੱਕ ਪਹੁੰਚਦਾ ਹੈ। ਇਸ ਲਈ ਵਿਵੇਕਾਨੰਦ, ਕਿ ਹੁਣ ਵਿਵੇਕ ਦੀ ਅੱਖ ਖੁੱਲੀ ਤਾਂ ਉਸ ਆਨੰਦ ਨੂੰ ਪਾ ਲਿਆ। ਇਸੇ ਤਰ੍ਹਾਂ ਜੇ ਬਾਹਰੀ ਅੱਖਾਂ ਨਾਲ ਦੇਖਾਂਗੇ ਤਾਂ ਸਾਨੂੰ ਸਾਰੇ ਅਲੱਗ-ਅਲੱਗ ਨਜ਼ਰ ਆਣਗੇ, ਪਰ ਜਦੋਂ ਵਿਵੇਕ ਦੀ ਅੱਖ ਖੁੱਲਦੀ ਹੈ ਤਾਂ ਵਿਵੇਕ ਦੀ ਅੱਖ ਨਾਲ ਫਿਰ ਕੀ ਸਮਝ ਆਉਂਦੀ ਹੈ ਕਿ ਬਾਹਰੋਂ ਸਾਰੇ ਅਲੱਗ-ਅਲੱਗ ਹੋ ਸਕਦੇ ਹੈ, ਪਰ ਸਭ ਦੇ ਅੰਦਰ ਨੂਰ, ਸਭ ਨੂੰ ਚਲਾਉਣ ਵਾਲੀ ਸ਼ਕਤੀ ਤਾਂ ਇੱਕ ਹੀ ਹੈ, ਜਿਹਨੂੰ ਪ੍ਰਭੂ ਕਹਿ ਲੋ, ਪਰਮਾਤਮਾ ਕਹਿ ਲੋ, ਵਾਹਿਗੁਰੂ ਕਹਿ ਲੋ, ਅੱਲਾ ਕਹਿ ਲੋ। ਤਾਂ ਹੀ ਤਾਂ ਅਸੀਂ ਦੱਸੀਦਾ ਹੈ, ਇੱਥੇ ਵੀ ਦੱਸਣਾ ਚਾਹਾਂਗੇ, ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਔਰ ਹਜ਼ੂਰ ਮੁਹੰਮਦ ਦੀ ਜੀਵਨੀ ਦੀ ਗੱਲ ਚੱਲ ਰਹੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਏਕ ਓਂਕਾਰ ਸਤਨਾਮ।
ਤਾਂ ਮੁਹੰਮਦ ਸਾਹਿਬ ਨੇ ਕਿਹਾ ਵਾਹਦਹੂ ਲਾ ਸ਼ਰੀਕ। ਹੁਣ ਅਸੀਂ ਇਹ ਗੱਲ ਨੂੰ ਥੋੜਾ ਜਿਹਾ ਕਲੀਅਰ ਕਰਾਂਗੇ ਕਿ ਏਕ ਓੰਕਾਰ ਸਤਨਾਮ ਔਰ ਵਾਹਦਹੂ ਲਾ ਸ਼ਰੀਕ। ਹੁਣ ਇਹ ਕਹਿਣ ਨੂੰ ਜ਼ਰੂਰ, ਸੁਣਨ ਨੂੰ ਜ਼ਰੂਰ ਸਾਨੂੰ ਅਲੱਗ-ਅਲੱਗ ਲਾਈਨਾਂ ਲੱਗ ਰਹੀਆਂ ਹੈ। ਇੱਕ ਅਰਬੀ ਦੀ ਲਾਈਨ ਹੈ, ਇੱਕ ਗੁਰਮੁਖੀ ਦੀ। ਜਰਾ ਸਮਝਣਾ ਸਾਰੇ ਜੀ, ਕਹਿਣ ਨੂੰ ਜਾਂ ਸੁਣਨ ਨੂੰ ਅਲੱਗ-ਅਲੱਗ ਲੱਗ ਰਹੀਆਂ ਹੈ, ਪਰ ਅਗਰ ਇਹਨਾਂ ਦਾ ਅਰਥ ਦੇਖਿਆ ਜਾਵੇ, ਹੁਣ ਜਿਹਨਾਂ ਵਿਵੇਕ ਦੇ ਨਾਲ ਚੱਲਣਾ ਹੈ ਉਹਨਾਂ ਦਾ ਅਰਥ ਦੇਖਣਾ ਹੈ। ਜਿੱਦਾਂ ਇੱਕ ਕਹਾਣੀ ਇੱਕ ਦੱਸੀ ਦੀ ਹੈ ਨਾ ਕਿ ਤਿੰਨਾਂ ਦੋਸਤਾਂ ਨੇ ਇੱਕ ਜ਼ਮੀਨ ਖਰੀਦ ਲਈ। ਤਿੰਨਾਂ ਦੋਸਤਾਂ ਨੇ ਇੱਕ ਜ਼ਮੀਨ ਖਰੀਦ ਲਈ, 10 ਕਿੱਲੇ ਜ਼ਮੀਨ ਖਰੀਦ ਲਈ ਤਿੰਨਾਂ ਨੇ ਰਲ ਕੇ। ਹੁਣ ਜਦੋਂ ਫਸਲ ਬੀਜਣ ਦਾ ਸਮਾਂ ਆਇਆ ਤਾਂ ਇੱਕ ਵਿਚਾਰਾ ਅਰਬ ਵੱਲ ਦਾ ਸੀ, ਇੱਕ ਅਰਬ ਵੱਲ ਦਾ ਸੀ, ਇੱਕ ਪੰਜਾਬੀਆ ਸੀ ਔਰ ਇੱਕ ਯੂਪੀ ਬਿਹਾਰ ਦੀ ਤਰਫੋਂ ਸੀ। ਹੁਣ ਤਿੰਨਾਂ ਨੇ ਰਲ ਕੇ ਜਦੋਂ ਜ਼ਮੀਨ ਖਰੀਦੀ, ਤਿੰਨੇ ਫੈਸਲਾ ਕਰ ਰਹੇ ਹੈ ਕਿ ਜ਼ਮੀਨ ਖਰੀਦ ਲਈ ਬੀਜਣਾ ਕੀ ਹੈ। ਤਾਂ ਹੁਣ ਪਹਿਲੇ ਨੇ ਕਿਹਾ ਮੈਂ ਤਾਂ ਕਣਕ ਬੀਜਣੀ ਹੈ, ਕਣਕ ਬੀਜਣੀ ਹੈ। ਦੂਜੇ ਨੇ ਕਿਹਾ ਲੈ ਉਹ ਕਣਕ ਨਹੀਂ ਬੀਜਣੀ, ਆਪਾਂ ਗੇਹੂੰ ਬੀਜਣਾ ਹੈ, ਅਸੀਂ ਗੇਹੂੰ ਬੀਜਣਾ ਹੈ। ਤਾਂ ਚੌਥਾ ਕਹਿਣ ਲੱਗਾ ਗੇਹੂੰ ਨਹੀਂ, ਅਸੀਂ ਗੰਦਮ ਬੀਜਣਾ ਹੈ, ਮੇਰੀ ਵੀ ਜ਼ਮੀਨ ਹੈ, ਮੇਰਾ ਵੀ ਹਿੱਸਾ ਹੈ, ਜੇ ਬੀਜਣਾ ਗੰਦਮ ਬੀਜਣਾ ਹੈ। ਉਹਨਾਂ ਕਿਹਾ ਗੇਹੂੰ ਬੀਜਣਾ ਹੈ, ਉਹਨਾਂ ਕਿਹਾ ਕਣਕ ਬੀਜਣੀ ਹੈ। ਹੁਣ ਤਿੰਨੇ ਲੜਨ ਲੱਗ ਗਏ, ਜ਼ਮੀਨ ਇੱਕ ਤਾਂ ਲੜਨ ਤਿੰਨੇ ਲੱਗ ਗਏ। ਉੱਥੋਂ ਦੀ ਇੱਕ ਫਕੀਰ ਜਾ ਰਹੇ ਸੀ ਜਿਨ੍ਹਾਂ ਨੂੰ ਵਿਵੇਕ ਸੀ, ਸਮਝ ਸੀ, ਭਾਸ਼ਾਵਾਂ ਦਾ ਗਿਆਨ ਸੀ, ਜਿਨ੍ਹਾਂ ਨੂੰ ਅਕਲ ਸੀ, ਸਮਝ ਸੀ, ਭਾਸ਼ਾਵਾਂ ਦਾ ਗਿਆਨ ਸੀ। ਜਦੋਂ ਉਹਨਾਂ ਨੇ ਸੁਣਿਆ ਕਿ ਤਿੰਨੇ ਲੜ ਰਹੇ ਆ, ਉੱਚੀ ਉੱਚੀ ਬੋਲ ਰਹੇ ਆ, ਮੇਰੀ ਜ਼ਮੀਨ ਹੈ, ਜੋ ਮੈਂ ਚਾਹੁੰਦਾ ਉਹ ਬੀਜਣਾ ਹੈ, ਉਹ ਫਕੀਰ ਕਹਿੰਦੇ ਗੱਲ ਕੀ ਹੈ, ਲੜਾਈ ਕੀ ਹੈ? ਤਾਂ ਦੱਸਿਆ ਕਿ ਅਸੀਂ ਰਲ ਕੇ ਜ਼ਮੀਨ ਖਰੀਦੀ ਹੈ। ਇੱਕ ਕਹਿ ਰਿਹਾ ਕਣਕ ਬੀਜਣੀ ਹੈ, ਦੂਜਾ ਕਹਿ ਰਿਹਾ ਗੰਦਮ ਬੀਜਣਾ ਹੈ, ਤੀਜਾ ਕਹਿ ਰਿਹਾ ਗੇਹੂੰ ਬੀਜਣਾ ਹੈ। ਉਹ ਫਕੀਰ ਕਹਿੰਦੇ ਲੜਨ ਦਾ ਛੱਡੋ, ਪਹਿਲਾਂ ਜਾ ਕੇ ਭਾਈ ਜੋ ਜੋ ਬੀਜਣਾ ਉਹ ਬੀਜ ਲੈ ਕੇ ਆਓ, ਫਿਰ ਜਿਹੜਾ ਬੀਜ ਸਭ ਤੋਂ ਉੱਤਮ ਹੋਏਗਾ ਉਹ ਫੈਸਲਾ ਕਰ ਲਵਾਂਗੇ ਆਹ ਬੀਜਣਾ ਹੈ, ਪਹਿਲਾਂ ਬੀਜ ਤਾਂ ਲੈ ਕੇ ਆਓ। ਹੁਣ ਤਿੰਨੇ ਹੀ ਦੌੜੇ ਗਏ, ਇੱਕ ਇੱਕ ਲਿਫਾਫੇ 'ਚ ਆਪਣੇ ਆਪਣੇ ਬੀਜ ਪਾ ਕੇ ਲਿਆਏ। ਜਦੋਂ ਤਿੰਨੇ ਬੀਜ ਲਏ, ਤਿੰਨਾਂ ਨੇ ਲਿਫਾਫੇ ਲਿਆ ਕੇ ਢੇਰੀ ਕੀਤੇ ਤਾਂ ਦੇਖ ਕੇ ਹੈਰਾਨ ਰਹਿ ਗਏ, ਤਿੰਨੇ ਹੀ ਕਣਕ। ਕਿਉਂਕਿ ਅਰਬ ਵਿੱਚ ਗੰਦਮ ਕਹਿੰਦੇ ਆ ਕਣਕ ਨੂੰ, ਔਰ ਗੇਹੂੰ ਵੀ ਕਣਕ ਨੂੰ ਹੀ ਕਿਹਾ ਜਾਂਦਾ ਹੈ, ਅਸੀਂ ਪੰਜਾਬੀ 'ਚ ਕਣਕ ਕਹਿ ਲੈਂਦੇ ਹਾਂ। ਜਦੋਂ ਤਿੰਨਾਂ ਨੇ ਦੇਖਿਓ ਇਹ ਤਾਂ ਇੱਕੋ ਹੀ ਚੀਜ਼ ਸੀ ਤਾਂ ਤਿੰਨੇ ਹੱਸਣ ਲੱਗੇ, ਉਹ ਲੈ ਅਸੀਂ ਐਵੇਂ ਲੜੀ ਜਾਂਦੇ ਸੀ, ਅਸੀਂ ਐਵੇਂ ਗੇਹੂੰ ਗੰਦਮ ਕਣਕ ਦੇ ਚੱਕਰਾਂ 'ਚ ਪਏ ਸੀ, ਇਹ ਤਾਂ ਪਤਾ ਲੱਗਾ ਚੀਜ਼ ਇੱਕੋ ਹੀ ਹੈ। ਤਾਂ ਫਕੀਰ ਮੁਸਕਰਾਏ, ਕਹਿੰਦੇ ਬੇਟਾ ਇਸੇ ਲਈ ਤਾਂ ਕਿਹਾ ਸੀ ਪਹਿਲਾਂ ਲੈ ਕੇ ਆਓ, ਇੱਥੇ ਰੱਖੋ, ਫਿਰ ਝਗੜਾ ਹੀ ਖਤਮ ਹੋ ਜਾਏਗਾ। ਜਦ ਤੱਕ ਚੀਜ਼ ਸਾਡੇ ਸਾਹਮਣੇ ਨਹੀਂ ਆਏਗੀ, ਅਸੀਂ ਸੁਣਾਂਗੇ ਨਹੀਂ, ਸਮਝਾਂਗੇ ਹੀ ਨਹੀਂ, ਪਤਾ ਨਹੀਂ ਲੱਗੇਗਾ, ਤਾਂ ਸਾਡੇ ਝਗੜੇ ਏਦਾਂ ਹੀ ਚੱਲਦੇ ਰਹਿਣਗੇ। ਅਗਰ ਅੱਜ ਤੁਸੀਂ ਵੀ ਦੇਖੋ ਤਾਂ ਰਾਮ ਰਹੀਮ ਵਾਹਿਗੁਰੂ ਅੱਲਾ ਦਾ ਝਗੜਾ ਕੀ ਹੈ? ਅਸੀਂ ਕਹਿੰਦੇ ਲਿਆਓ ਤੁਸੀਂ ਵਾਹਿਗੁਰੂ ਨੂੰ ਲੈ ਕੇ ਆਓ, ਉਹ ਅੱਲਾ ਨੂੰ ਲੈ ਕੇ ਆਣ, ਉਹ ਰਾਮ ਨੂੰ ਲੈ ਕੇ ਆਣ, ਈਸ਼ਵਰ ਨੂੰ ਲੈ ਕੇ ਆਣ। ਜਦੋਂ ਇੱਕੋ ਜਗ੍ਹਾ ਉਹ ਤਾਕਤ ਆਏਗੀ ਫਿਰ ਪਤਾ ਲੱਗੇਗਾ। ਅਸੀਂ ਨਾਵਾਂ ਨੂੰ ਲੈ ਕੇ ਐਵੇਂ ਝਗੜੀ ਜਾਂਦੇ ਸੀ, ਤਾਕਤ ਤਾਂ ਇੱਕੋ ਹੀ ਹੈ ਜੋ ਸਾਡੇ ਸਭ ਦੇ ਅੰਦਰ ਕੰਮ ਕਰ ਰਹੀ ਹੈ। ਅਸੀਂ ਤਾਂ ਐਵੇਂ ਝਗੜੇ ਪਾਈ ਰੱਖੇ। ਇਸ ਲਈ ਵਿਵੇਕ ਦੀ ਅੱਖ ਦਾ ਮਤਲਬ ਕੀ ਹੈ? ਵਿਵੇਕ ਦਾ ਮਤਲਬ ਹੈ ਇਨਸਾਨ ਬਾਹਰਲੀਆਂ ਜੋ ਭਾਸ਼ਾਵਾਂ ਹੈ ਉਹਨਾਂ ਦੇ ਸ਼ਬਦਾਂ ਨੂੰ ਲੈ ਕੇ ਝਗੜਾ ਨਹੀਂ ਕਰਦਾ, ਬਲਕਿ ਉਹ ਭਾਸ਼ਾਵਾਂ ਦੇ ਅੰਦਰ ਜੋ ਗਿਆਨ ਛੁਪਿਆ ਹੋਇਆ ਹੈ ਉਸ ਗਿਆਨ ਨੂੰ ਸਮਝਦਾ ਹੈ ਔਰ ਸਮਝ ਕੇ ਫੈਸਲਾ ਕਰਦਾ ਹੈ ਕਿ ਭਾਈ ਚਾਹੇ ਭਾਸ਼ਾ ਅਰਬੀ ਹੋਵੇ, ਚਾਹੇ ਭਾਸ਼ਾ ਪੰਜਾਬੀ ਹੋਵੇ, ਚਾਹੇ ਹਿੰਦੀ ਹੋਵੇ, ਚਾਹੇ ਕੋਈ ਵੀ ਭਾਸ਼ਾ ਹੋਵੇ, ਪਰ ਮਤਲਬ ਤਾਂ ਇੱਕੋ ਹੀ ਸਿਖਾਇਆ ਜਾ ਰਿਹਾ ਹੈ। ਇਸ ਲਈ ਇੱਥੇ ਕੋਈ ਅਰਬ ਦੇਸ਼ ਚੋਂ ਆਇਆ ਹੋਵੇ ਤਾਂ ਉਹ ਜਰਾ ਦੱਸੇ ਸਾਨੂੰ ਕਿ ਇੱਕ ਨੂੰ ਕੀ ਕਹਿੰਦੇ ਹੈ। ਇੱਕ ਨੂੰ ਉੱਥੇ ਕਹਿੰਦੇ ਆ ਵਾਹਦ। ਬੋਲੋ ਵਾਹਦ ਹੀ ਕਹਿੰਦੇ ਆ ਨਾ, ਕਿਹਨੂੰ ਕਿਹਨੂੰ ਪਤਾ? ਹੱਥ ਖੜਾ ਕਰਕੇ ਦੱਸੋ ਕਿ ਜਿਹਨੂੰ ਅਰਬ ਦਾ ਪਤਾ ਕਿ ਵਾਹਦ ਕਹਿੰਦੇ। ਵਾਹਦ ਦਾ ਮਤਲਬ ਹੁੰਦਾ ਇੱਕ, ਯਾਨੀ ਜਿੱਦਾਂ ਇੱਥੇ ਗਿਣਤੀ ਹੁੰਦੀ 1 2 3 1 2 3, ਉੱਥੇ ਹੁੰਦਾ ਵਾਹਦ। ਸ਼ਾਇਦ ਅੱਗੇ ਤਨੇਨ ਤਨਾਤਾ ਇਦਾਂ ਕੁਛ ਹੈ। ਵਾਹਦ ਤਨੇਨ ਤਨਾਤਾ ਅਰਵਾ ਖਮਸਾ ਸਿੱਤਾ ਸ਼ਬਾ, ਪਤਾ ਨਹੀਂ ਹੁਣ ਇਹ ਤਾਂ ਆਪਣੇ ਆਪ ਨਿਕਲ ਰਿਹਾ ਹੈ। ਬਾਕੀ ਸਕੂਲ ਅਸੀਂ ਗਏ ਨਹੀਂ, ਕਿਉਂਕਿ ਸੁਣਨ ਵਾਲਿਆਂ ਨੇ ਕਹਿਣਾ ਗਲਤ ਬੋਲੀ ਜਾਂਦੇ ਆ ਭਾਈ, ਅਨਪੜ੍ਹ ਗਲਤੀ ਕਰ ਦਿੰਦੇ ਆ। ਸੋ ਆਪ ਹੀ ਗਲਤੀ ਮੰਨ ਲੈਂਦੇ ਆ ਕਿਉਂਕਿ ਕਦੀ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ। ਸੋ ਹੁਣ ਅਸੀਂ ਦੱਸਣਾ ਕੀ ਚਾਹੁੰਦੇ ਆ ਕਿ ਵਾਹਦ, ਹਜ਼ੂਰ ਕਹਿ ਰਹੇ ਵਾਹਦ ਹੂ ਲਾ ਸ਼ਰੀਕ, ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਇੱਕ ਓੰਕਾਰ ਸਤਨਾਮ। ਹੁਣ ਉਧਰ ਉਹ ਕਹਿ ਰਹੇ ਵਾਹਦ ਹੂ, ਇੱਧਰ ਇੱਕ ਓੰਕਾਰ। ਇੱਕ ਦਾ ਮਤਲਬ ਕੀ ਹੁੰਦਾ ਹੈ? ਇੱਕ ਯਾਨੀ ਵਨ, ਔਰ ਵਾਹਦ ਦਾ ਮਤਲਬ ਕੀ ਹੁੰਦਾ? ਵਾਹਦ ਯਾਨੀ ਵਨ ਯਾਨੀ ਇੱਕ। ਹੁਣ ਨਾ ਉਧਰ ਕੋਈ ਫਰਕ ਹੈ ਨਾ ਉਧਰ ਕੋਈ ਫਰਕ ਹੈ, ਫਰਕ ਹੈ ਸਿਰਫ ਉਹ ਨਾ ਸਮਝਾਂ ਦੀ ਸਮਝ ਵਿੱਚ ਜਿਨ੍ਹਾਂ ਨੂੰ ਇਹ ਸਮਝ ਹੈ ਹੀ ਨਹੀਂ। ਹੁਣ ਉਹ ਲੜਨਗੇ ਕਿ ਲੈ ਤੁਸੀਂ ਵਾਹਦ ਨੂੰ ਮੰਨਣ ਵਾਲੇ, ਅਸੀਂ ਇੱਕ ਨੂੰ ਮੰਨਣ ਵਾਲੇ। ਉਹ ਭਾਈ ਪੁੱਛਣ ਵਾਲਾ ਹੋਵੇ ਵਾਹਦ ਔਰ ਇੱਕ 'ਚ ਫਰਕ ਕੀ ਹੈ? ਇਹੀ ਤਾਂ ਨੱਥੂ ਲਾਲ ਦੀ ਗੱਲ ਦੱਸੀ ਦੀ ਨਾ, ਪਰ ਇੱਥੇ ਮਜ਼ਾ ਆ ਜਾਏਗਾ, ਦੱਸ ਦਈਏ ਇੱਕ ਵਾਰੀ ਫਿਰ
ਕਿਉਂਕਿ ਕਈ ਵਾਰ ਸਮਝ ਹੀ ਇਦਾਂ ਆਉਂਦੀ ਹੈ, ਬਹੁਤ ਵਾਰ ਦੱਸੀ ਹੈ ਪਰ ਕਹਾਣੀ ਉਦਾਂ ਦੀ ਆ ਗਈ। ਨਾਲੇ ਖੁਸ਼ੀ ਦਾ ਟਾਈਮ ਹੈ, ਥੋੜਾ ਹੱਸ ਵੀ ਲਵਾਂਗੇ। ਨੱਥੂ ਲਾਲ ਸਿਆਣਾ ਹੋ ਗਿਆ, ਬਜ਼ੁਰਗ ਹੋ ਗਿਆ, ਪਿੰਡ 'ਚ ਰਹਿਣ ਵਾਲਾ ਨੱਥੂ ਲਾਲ ਇੱਕ ਦਿਨ ਉਹਨੂੰ ਪੈਲਸ ਵਿੱਚ ਵਿਆਹ ਦਾ ਨਿਯੋਤਾ ਆ ਗਿਆ। ਕਾਰਡ ਆਇਆ ਜਦੋਂ ਉਹਦੇ ਰਿਸ਼ਤੇਦਾਰਾਂ ਨੇ ਬੁਲਾਇਆ ਕਿ ਤਾਇਆ ਜੀ ਤੁਸੀਂ ਜ਼ਰੂਰ ਆਉਣਾ ਆ, ਕਿਉਂਕਿ ਬਜ਼ੁਰਗਾਂ ਦਾ ਵਿਆਹ 'ਚ ਹੋਣਾ ਜ਼ਰੂਰੀ ਹੈ। ਤਾਂ ਨੱਥੂ ਲਾਲ ਵੇ ਸਿਆਣਾ ਸੀ, ਚਿੱਟੀ ਦਾੜੀ, ਚਿੱਟੇ ਵਾਲ, ਚਿੱਟੀ ਪਗੜੀ, ਚਿੱਟਾ ਤੰਬਾ ਲਾਂਦਾ ਹੁੰਦਾ ਜਿਹਦਾ ਬਜ਼ੁਰਗ ਲਾਂਦੇ ਹੁੰਦੇ ਆ, ਕਿ ਸਿਰ ਤੇ ਸਾਫਾ ਲਪੇਟ ਲੈਣਾ। ਤਾਂ ਨੱਥੂ ਲਾਲ ਵੀ ਮੁੱਛਾਂ ਨੂੰ ਵੱਟ ਦੇ ਕੇ ਗਿਆ, ਫਿਰ ਤਾਏ ਦਾ ਪੂਰਾ ਖਿਆਲ ਰੱਖਣਾ ਹੋਏਗਾ। ਤਾਇਆ ਜੀ ਫਿਕਰ ਨਾ ਕਰੋ, ਤੁਹਾਡੇ ਵਾਸਤੇ ਸਪੈਸ਼ਲ ਵੇਟਰ ਜਿਹੜਾ ਤੁਹਾਡੇ ਨਾਲ ਰਹੇਗਾ 24 ਘੰਟੇ, ਤੁਸੀਂ ਬਸ ਪਹੁੰਚ ਜਾਇਓ। ਨੱਥੂ ਲਾਲ ਕਹਿੰਦਾ ਪੁੱਤਰ ਪਹੁੰਚ ਜਾਵਾਂਗੇ, ਕਦੀ ਸ਼ਹਿਰ ਦਾ ਵਿਆਹ ਖਾਧਾ ਨਹੀਂ ਸੀ। ਹੁਣ ਪਹੁੰਚ ਗਿਆ ਪੈਲਸ ਵਿੱਚ, ਪਹੁੰਚ ਗਿਆ ਪੈਲਸ ਵਿੱਚ। ਜਦੋਂ ਪੈਲਸ ਵਿੱਚ ਪਹੁੰਚਿਆ, ਸਵਾਗਤ ਹੋਇਆ, ਤਾਂ ਉਹ ਵਿਆਹ ਜਿਨ੍ਹਾਂ ਦੇ ਘਰ ਸੀ ਉਹਨਾਂ ਨੇ ਤਾਇਆ ਜੀ ਨੂੰ ਬਿਠਾਤਾ, ਯਾਨੀ ਨੱਥੂ ਲਾਲ ਨੂੰ ਇੱਕ ਟੇਬਲ ਤੇ ਬਿਠਾ ਦਿੱਤਾ, ਯਾਨੀ ਇੱਥੇ ਬੈਠੋ। ਔਰ ਇੱਕ ਵੇਟਰ ਨੂੰ ਕਹਿ ਤਾ ਦੇਖ ਸਾਡੇ ਤਾਇਆ ਜੀ ਆ, ਪਿੰਡੋਂ ਆਏ ਹੈ, ਪੂਰਾ ਧਿਆਨ ਰੱਖੀ ਇਹਨਾਂ ਦਾ, ਖਾਣ ਪੀਣ 'ਚ ਕੋਈ ਕਮੀ ਨਾ ਰਵੇ, ਜੋ ਮੰਗਣ ਦੇਣਾ ਹੈ। ਔਰ ਫਿਰ ਉਹ ਵਿਆਹ ਵਾਲੇ ਨੇ ਕਿਹਾ ਚੰਗਾ ਤਾਇਆ ਜੀ ਸਾਨੂੰ ਹੋਰ ਵੀ ਕੰਮ ਹੈ, ਤੁਸੀਂ ਬੈਠੋ, ਜੋ ਖਾਣਾ ਦੱਸੋ, ਇਹਨੂੰ ਪੂਰਾ ਖਿਆਲ ਰੱਖਿਆ ਜਾਏਗਾ, ਫਿਕਰ ਨਾ ਕਰੋ, ਬਾਕੀ ਕੋਈ ਕਮੀ ਹੋਈ ਮੈਨੂੰ ਆਵਾਜ਼ ਮਾਰ ਲਿਓ। ਉਹ ਕਹਿੰਦਾ ਠੀਕ ਆ ਪੁੱਤ ਤੂੰ ਜਾ, ਮੈਂ ਹੁਣ ਕਰ ਲਊਂ। ਹੁਣ ਬਹਿ ਗਿਆ ਨੱਥੂ ਲਾਲ ਸਿਆਣਾ ਬਜ਼ੁਰਗ। ਹੁਣ ਵੇਟਰ ਨੇ ਤਾਏ ਨੂੰ ਖੁਸ਼ ਕਰਨ ਦੀ ਖਾਤਰ ਪੁੱਛਿਆ ਹਾਂਜੀ ਤਾਇਆ ਜੀ ਦੱਸੋ ਫਿਰ ਪਹਿਲਾਂ ਕੀ ਲਓਗੇ, ਠੰਡਾ ਲਓਗੇ, ਪਾਣੀ ਲਓਗੇ, ਚਾਹ ਲਓਗੇ, ਕੀ ਲਓਗੇ ਤੁਸੀਂ? ਚਾਹ ਲੈਣੀ ਹੈ, ਕੌਫੀ ਲੈਣੀ ਹੈ, ਕੀ ਲੈਣਾ ਹੈ? ਤਾਂ ਤਾਇਆ ਜੀ ਨੇ ਕਿਹਾ, ਯਾਨੀ ਨੱਥੂ ਲਾਲ ਨੇ ਕਿਹਾ ਚਾਹ ਤਾਂ ਘਰ 'ਚ ਰੋਜ਼ ਪੀਦੀ ਹੈ, 3-3 4-4 ਵਾਰ ਪੀ ਲਈਦੀ ਹੈ, ਕੌਫੀ ਕੀ ਹੁੰਦੀ ਹੈ, ਆਹ ਨਹੀਂ ਕਦੀ ਪੀਤੀ। ਹੁਣ ਐਡੀ ਦੂਰ ਆਇਆ ਹੀ ਹੈ ਸ਼ਹਿਰ ਵਿੱਚ, ਤਾਂ ਚਲੋ ਕੌਫੀ ਪੀ ਕੇ ਦੇਖਦੇ, ਚਾਹ ਤਾਂ ਰੋਜ਼ ਹੀ ਪੀਂਦੇ, ਜਾ ਪੁੱਤ ਕੌਫੀ ਲਿਆ। ਆ ਕੀ ਕਾਫੀ ਕਾਫੀ ਕਹਿੰਦਾ ਲਿਆ। ਹੁਣ ਵੇਟਰ ਦੌੜ ਕੇ ਗਿਆ, ਕੌਫੀ ਲਿਆਂਦੀ, ਲਿਆ ਕੇ ਅੱਗੇ ਰੱਖਤੀ। ਹੁਣ ਨੱਥੂ ਲਾਲ ਨੇ ਜਦੋਂ ਘੁੱਟ ਭਰਿਆ, ਘੁੱਟ ਭਰ ਕੇ ਰੱਖਿਆ, ਤਾਂ ਵੇਟਰ ਨੂੰ ਗੁੱਸੇ ਨਾਲ ਦੇਖਿਆ, ਕਹਿੰਦਾ ਆਹ ਕੀ ਹੈ? ਕਹਿੰਦਾ ਜੀ ਕਾਫੀ। ਉਹ ਕਹਿੰਦਾ ਤੂੰ ਮੈਨੂੰ ਪਾਗਲ ਸਮਝਿਆ? ਬੇਸ਼ੱਕ ਮੈਂ ਪਿੰਡੋਂ ਆਇਆ, ਅਨਪੜ੍ਹ ਬੰਦਾ ਆ, ਪਰ ਮੈਂ ਇੰਨਾ ਪਾਗਲ ਵੀ ਹੈ ਨਹੀਂ। ਆ ਚਾਹ ਲਿਆਂਦੀ ਥੱਲੇ ਲਾ ਕੇ, ਤੂੰ ਆ ਕਿੰਨੀ ਕੌੜੀ ਜਿਹੀ ਹੈ, ਜਾਂ ਚੱਕ ਕੇ ਲੈ ਜਾ ਇਹਨੂੰ, ਇਹਨੂੰ ਕੌਫੀ ਕਹਿੰਦੇ ਆ, ਥੱਲੇ ਲਾ ਕੇ ਚਾਹ ਲਿਆਇਆ ਤੂੰ। ਕਿਉਂਕਿ ਮੇਰਾ ਦੁੱਧ ਥੱਲੇ ਲੱਗ ਜਾਂਦਾ, ਚਾਹ ਕੜਵੀ ਹੋ ਜਾਂਦੀ ਹੈ। ਹੁਣ ਕੌਫੀ ਤਾਂ ਤੁਹਾਨੂੰ ਪਤਾ ਹੀ ਥੋੜ੍ਹੇ ਕੌੜਾ ਟੇਸਟ ਹੁੰਦਾ ਹੈ। ਉਹ ਵੇਟਰ ਮੱਥੇ 'ਤੇ ਹੱਥ ਮਾਰੇ, ਲਿਆਂਦੀ ਤਾਂ ਕੌਫੀ ਸੀ, ਪਰ ਸ਼ਾਇਦ ਲੱਗਦਾ ਪਹਿਲੀ ਵਾਰ ਪੀ ਰਿਹਾ, ਪਤਾ ਹੀ ਨਹੀਂ ਇਹਨੂੰ। ਤਾਂ ਉਸ ਵੇਲੇ ਉਹਨਾਂ ਕਿਹਾ ਠੀਕ ਹੈ ਬਾਪੂ ਜੀ, ਫਿਰ ਚਾਹ ਹੀ ਲਿਆਂਦਾ ਹੈ। ਚਾਹ ਲਿਆਂਦੀ, ਚਾਹ ਪੀਤੀ, ਕਹਿੰਦਾ ਆਹ ਠੀਕ ਹੈ। ਫਿਰ ਆਇਆ ਖਾਣੇ ਦਾ ਸਮਾਂ। ਜਦੋਂ ਖਾਣੇ ਦਾ ਸਮਾਂ ਆਇਆ ਤਾਂ ਵੇਟਰ ਨੇ ਪੁੱਛਿਆ ਹਾਂਜੀ ਬਾਪੂ ਜੀ ਦੱਸੋ ਕੀ ਖਾਓਗੇ? ਬਹੁਤ ਕੁਝ ਬਣਿਆ ਹੋਇਆ ਹੈ ਕਿ ਤੁਸੀਂ ਰੋਟੀ ਲਓਗੇ, ਰਾਈਸ ਲਓਗੇ, ਦਾਲ ਲਓਗੇ, ਮਿਕਸ ਵੈਜ ਲਓਗੇ। ਤਾਂ ਬਾਪੂ ਨੇ ਕਿਹਾ ਆ ਰੋਟੀ ਤਾਂ ਘਰ ਰੋਜ਼ ਖਾਈ ਦੀ, ਰਾਈਸ ਕੀ ਹੈ? ਇਹ ਨਹੀਂ ਕਦੀ ਖਾਧੇ। ਆ ਮਿਕਸ ਵੈਜ ਕੀ ਹੈ? ਆ ਮਿਕਸ ਵੈਜ ਵੀ ਨਹੀਂ ਕਦੀ ਖਾਧੀ, ਲੱਗਦਾ ਕੋਈ ਅੰਗਰੇਜ਼ੀ ਸਬਜ਼ੀ ਹੈ, ਕੋਈ ਅੰਗਰੇਜ਼ੀ ਚੀਜ਼ਾਂ ਲੱਗਦੀਆਂ ਹੈ, ਕਿਉਂਕਿ ਮਿਕਸ ਵੈਜ, ਰਾਈਸ। ਤਾਂ ਬਾਪੂ ਜੀ ਨੇ ਕਿਹਾ ਇਦਾਂ ਕਰ ਰੋਟੀ ਰੂਟੀ ਛੱਡ, ਦਾਲ ਛੱਡ, ਤੂੰ ਇਹ ਤਾਂ ਰੋਜ਼ ਖਾਂਦੇ ਆ, ਅੱਜ ਕੀ ਕਿਹਾ ਤੂੰ? ਰਾਈਸ ਮਿਕਸ ਵੈਜ ਇਹ ਲਿਆ, ਇਹ ਨਹੀਂ ਕਦੀ ਖਾਧੇ। ਵੇਟਰ ਗਿਆ। ਹੁਣ ਮਿਕਸ ਵੈਜ ਕੀ ਕਿਹਨੂੰ ਕਹਿੰਦੇ ਪਤਾ ਹੀ ਹੁੰਦਾ, ਜੇ ਗੋਭੀ, ਭਿੰਡੀ ਜਾਂ ਜੋ ਵੀ ਸਬਜ਼ੀਆਂ ਹੁੰਦੀਆਂ ਮਿਕਸ ਕਰਕੇ ਬਣਾਈਆਂ ਹੁੰਦੀਆਂ ਹੈ। ਹੁਣ ਉਹਨਾਂ ਪਲੇਟ ਭਰੀ, ਉਹ ਲਿਆਂਦੀ, ਰਾਈਸ ਚਾਵਲ ਲਿਆ ਕੇ ਰੱਖਤੇ, ਟਰੇਜ ਲੈ ਕੇ ਜਦੋਂ ਬਾਪੂ ਜੀ ਦੇ ਸਾਹਮਣੇ ਰੱਖਿਆ ਤਾਂ ਤਾਇਆ ਜੀ ਤਾਂ ਦੇਖਦੇ ਹੀ ਆਗ ਬੂਲਾ ਹੋ ਗਏ। ਕਹਿੰਦੇ ਵਾਕਈ ਮੈਨੂੰ ਪਾਗਲ ਸਮਝਦਾ ਹੈ। ਉਹ ਤਾਂ ਉੱਠੇ ਔਰ ਉੱਠ ਕੇ ਉਹਨਾਂ ਨੇ ਵੇਟਰ ਨੂੰ ਫੜ ਲਿਆ, ਤਾਂ 2-4 ਚਪੇੜਾਂ ਮਾਰਤੀਆਂ, ਕਿਉਂਕਿ ਸਿਆਣਾ ਹੁਣ ਕਿਹਨਾਂ ਰੋਕਣਾ ਹੈ। ਉਹ ਵੇਟਰ ਵੀ ਕਹਿੰਦਾ ਮੈਨੂੰ ਕਿਉਂ ਮਾਰ ਰਹੇ ਹੋ? ਕਹਿੰਦਾ ਤੂੰ ਮੈਨੂੰ ਪਾਗਲ ਸਮਝਿਆ ਹੈ, ਮੂਰਖ ਸਮਝਿਆ ਹੈ ਮੈਨੂੰ, ਜਾਂ ਬੁਲਾ ਕੇ ਲਿਆ ਮੇਰੇ ਰਿਸ਼ਤੇਦਾਰਾਂ ਨੂੰ। ਕਹਿੰਦੇ ਬੁਲਾਇਆ। ਕਹਿੰਦੇ ਤਾਇਆ ਜੀ ਕੀ ਗੱਲ ਹੋ, ਕਿਉਂ ਮਾਰ ਰਹੇ ਹੋ? ਕਹਿੰਦੇ ਨਾ ਮੇਰੀ ਬੇਇੱਜ਼ਤੀ ਕਰਨ ਵਾਸਤੇ ਸੱਦਿਆ ਸੀ ਇੱਥੇ ਤੁਸੀਂ? ਜੇ ਮੇਰੀ ਬੇਇੱਜ਼ਤੀ ਕਰਨੀ ਸੀ ਤਾਂ ਮੈਨੂੰ ਕਾਰਡ ਕਿਉਂ ਦਿੱਤਾ, ਬੁਲਾਇਆ ਕਿਉਂ ਸੀ? ਇਹਨੋਂ ਚੰਗਾ ਨਹੀਂ ਮੈਂ ਆਪਣੇ ਪਿੰਡ ਸੀ। ਉਹ ਕਹਿੰਦੇ ਬਾਪੂ ਜੀ ਬੇਇੱਜ਼ਤੀ ਕੀ ਹੋ ਗਈ ਤਾਇਆ ਜੀ, ਦੱਸੋ ਤਾਂ ਸਹੀ। ਉਹ ਕਹਿੰਦਾ ਬੇਇੱਜ਼ਤੀ ਆ, ਤੁਹਾਡਾ ਵੇਟਰ ਨਿਕੰਮਾ ਬੰਦਾ ਪਲ ਪਲ ਮੇਰੀ ਬੇਇੱਜ਼ਤੀ ਕਰੀ ਜਾਂਦਾ ਹੈ। ਉਹ ਕਹਿੰਦੇ ਹੋਇਆ ਕੀ? ਉਹਨੂੰ ਪੁੱਛਿਆ ਭਾਈ ਕੀ? ਉਹ ਕਹਿੰਦਾ ਮੈਂ ਤਾਂ ਕੁਝ ਕੀਤਾ ਨਹੀਂ, ਆ ਟਰੇ ਸਾਹਮਣੇ ਰੱਖੀ ਹੈ। ਤਾਂ ਉਹਨੂੰ ਦੇਖ ਕੇ ਹੀ ਮੇਰਾ ਗਲ ਫੜ ਲਿਆ ਇਹਨਾਂ ਨੇ। ਉਹ ਕਹਿੰਦੇ ਤਾਇਆ ਜੀ ਬੇਇੱਜ਼ਤੀ ਕਿੱਦਾਂ ਹੋਈ, ਦੱਸੋ ਸਹੀ। ਉਹ ਕਹਿੰਦਾ ਦੱਸਣਾ ਕੀ ਹੈ, ਆ ਦੇਖ ਆ ਕੀ ਲੈ ਕੇ ਆਇਆ। ਉਹ ਕਹਿੰਦੇ ਬਾਪੂ ਜੀ ਕੀ ਹੋਇਆ, ਕੋਈ ਗੱਲ ਹੈ ਦੱਸੋ। ਉਹ ਕਹਿੰਦਾ ਲੈ ਮੈਨੂੰ ਕਹਿੰਦਾ ਸੀ ਰਾਈਸ ਖਾਣੇ ਕਿ ਮਿਕਸ ਵੈਜ ਲੈਣੀ ਹੈ, ਆ ਦੇਖ ਲੈ ਚੌਲ ਲਿਆ ਕੇ ਰੱਖ ਦਿੱਤੇ ਰਾਈਸ ਕਹਿ ਕੇ। ਆ ਮਿਕਸ ਵੈਜ ਕਹਿੰਦਾ ਸੀਗਾ, ਆ ਕੀ ਸਬਜ਼ੀਆਂ ਕੱਟੀਆਂ ਕੁੱਟੀਆਂ ਲਿਆ ਕੇ ਰੱਖਦੀਆਂ ਇੱਥੇ, ਇਦਾਂ ਦੀਆਂ ਸਬਜ਼ੀਆਂ ਤਾਂ ਮੈਂ ਰੋਜ਼ ਘਰ ਖਾਂਦਾ ਆ ਬਣਾ ਕੇ। ਮਿਕਸ ਵੈਜ ਲੈ ਕੇ ਆ, ਮੈਨੂੰ ਮਿਕਸ ਵੈਜ ਚਾਹੀਦੀ, ਨਾਲ ਰਾਈਸ ਲੈ ਕੇ ਆ। ਹੱਥ ਜੋੜੇ ਬਾਪੂ ਜੀ, ਚੌਲਾਂ ਨੂੰ ਹੀ ਰਾਈਸ ਕਹਿੰਦੇ ਆ, ਮਿਕਸ ਵੈਜ ਨਾਲ ਸਬਜ਼ੀਆਂ ਨੂੰ ਹੀ ਕਹਿੰਦੇ ਆ। ਜਦੋਂ ਬਾਪੂ ਨੇ ਅੱਛਾ ਇਹ ਨਾਮ ਹੈ ਇਹਨਾਂ ਦਾ? ਹਾਂਜੀ ਬਾਪੂ ਜੀ ਅੰਗਰੇਜ਼ੀ ਵਿੱਚ ਰਾਈਸ ਚੌਲਾਂ ਨੂੰ ਕਹਿੰਦੇ ਆ।
ਔਰ ਜਿਹੜੀਆਂ ਸਬਜ਼ੀਆਂ ਸੁਬਜ਼ੀਆਂ ਹੁੰਦੀਆਂ ਇਹਨਾਂ ਨੂੰ ਮਿਕਸ ਵੈਜ ਕਿਹਾ ਜਾਂਦਾ, ਕਿਉਂਕਿ ਵੈਜ ਦਾ ਮਤਲਬ ਸਬਜ਼ੀ, ਔਰ ਮਿਕਸ ਵੈਜ ਮਤਲਬ ਇਹਨਾਂ ਨੂੰ ਮਿਕਸ ਕਰਕੇ ਬਣਾਇਆ ਹੈ। ਉਹ ਬਾਪੂ ਨੇ ਹੱਥ ਜੋੜੇ, ਭਾਈ ਮਾਫ ਕਰ, ਮੇਰੇ ਤੋਂ ਗਲਤੀ ਹੋ ਗਈ। ਹੁਣ ਜ਼ਰਾ ਗੌਰ ਕਰਨਾ, ਹੁਣ ਇੱਥੇ ਗਲਤੀ ਕਿਹਦੀ ਹੈ, ਜਰਾ ਧਿਆਨ ਦੇਣਾ। ਅਸੀਂ ਕਹਾਂਗੇ ਗਲਤੀ ਨਾ ਬਾਪੂ ਦੀ ਸੀ ਤਾਂ ਨਾ ਵੇਟਰ ਦੀ ਸੀ, ਗਲਤੀ ਸੀ ਸਿਰਫ ਅਗਿਆਨਤਾ ਦੀ, ਕਿਉਂਕਿ ਬਾਪੂ ਨੂੰ ਗਿਆਨ ਨਹੀਂ ਸੀ ਕਿ ਰਾਈਸ ਔਰ ਚੌਲ ਇੱਕੋ ਹੀ ਹੈ। ਇਸੇ ਤਰ੍ਹਾਂ ਜਦੋਂ ਕੋਈ ਲੜਦਾ ਨਾ ਰਾਮ ਰਹੀਮ ਦੇ ਨਾਂ ਤੇ, ਵਾਹਿਗੁਰੂ ਅੱਲਾ ਦੇ ਨਾਂ ਤੇ, ਤਾਂ ਉਸ ਲਈ ਅਸੀਂ ਬੈਠ ਕੇ ਹੱਸੀਦਾ ਹੈ ਕਿ ਗਲਤੀ ਇਹਨਾਂ ਦੀ ਨਹੀਂ ਹੈ, ਗਲਤੀ ਇਹਨਾਂ ਦੀ ਅਗਿਆਨਤਾ ਦੀ। ਕਿਉਂਕਿ ਕਾਸ਼ ਇਹਨਾਂ ਨੂੰ ਗਿਆਨ ਹੁੰਦਾ ਤਾਂ ਫਿਰ ਸਮਝ ਆਣੀ ਸੀ ਕਿ ਵਾਹਿਗੁਰੂ ਅੱਲਾ ਰਾਮ ਈਸ਼ਵਰ ਤਾਂ ਇੱਕੋ ਹੀ ਹੈ, ਜਿੱਦਾਂ ਰਾਈਸ ਔਰ ਚੌਲ ਅਲੱਗ ਨਹੀਂ ਹੈ, ਨਾਮ ਹੀ ਅਲੱਗ ਹੈ, ਚੀਜ਼ ਇੱਕ ਹੈ। ਇਸੇ ਤਰ੍ਹਾਂ ਵਾਹਿਗੁਰੂ ਅੱਲਾ ਈਸ਼ਵਰ ਭਗਵਾਨ, ਇਹ ਨਾਮ ਹੀ ਅਲੱਗ ਹੈ, ਪਰਮਾਤਮਾ ਤਾਂ ਇੱਕੋ ਹੀ ਹੈ। ਇਸ ਲਈ ਜਦੋਂ ਤੁਹਾਡੇ ਸਾਹਮਣੇ ਕੋਈ ਵਾਹਿਗੁਰੂ ਅੱਲਾ ਰਾਮ ਰਹੀਮ ਨੂੰ ਲੈ ਕੇ ਲੜੇ, ਯਾਨੀ ਰਾਮ ਔਰ ਅੱਲਾ ਦੇ ਨਾਂ ਤੇ ਲੜਾਈ ਹੋਵੇ, ਵਾਹਿਗੁਰੂ ਅੱਲਾ ਦੇ ਨਾਮ ਤੇ ਲੜਾਈ ਹੋਵੇ, ਤਾਂ ਤੁਸੀਂ ਕ੍ਰੋਧਿਤ ਨਾ ਹੋਵੋ, ਬਲਕਿ ਇੰਨਾ ਹੀ ਸਮਝੋ ਕਿ ਨਾ ਸਮਝ ਹੈ, ਕਿ ਜਿਨ੍ਹਾਂ ਨੂੰ ਇਹ ਸਮਝ ਹੀ ਨਹੀਂ ਹੈ, ਜਿਨ੍ਹਾਂ ਨੂੰ ਇਹ ਵਿਵੇਕ ਹੀ ਨਹੀਂ ਹੈ, ਜਿਨ੍ਹਾਂ ਨੂੰ ਇਹ ਗਿਆਨ ਹੀ ਨਹੀਂ ਹੈ ਕਿ ਉਹ ਤਾਕਤ ਉਹ ਸ਼ਕਤੀ ਤਾਂ ਇੱਕੋ ਹੀ ਹੈ। ਕਿਉਂਕਿ ਹੁਣ ਆਪ ਜਵਾਬ ਦਿਓ ਕਿ ਜਿਹਨੂੰ ਪਤਾ ਹੋਏਗਾ ਰਾਈਸ ਔਰ ਚਾਵਲ ਇੱਕੋ ਹੀ ਹੈ, ਉਹ ਲੜੇਗਾ? ਜਿਹਨੂੰ ਪਤਾ ਹੋਏਗਾ ਕਿ ਕੌਫੀ ਕੀ ਹੈ, ਚਾਹ ਕੀ ਹੈ, ਉਹ ਲੜੇਗਾ? ਜਿਹਨੂੰ ਪਤਾ ਹੋਏਗਾ ਵਾਟਰ ਔਰ ਪਾਣੀ ਇੱਕੋ ਹੀ ਹੈ, ਉਹ ਲੜੇਗਾ? ਤਾਂ ਜਿਹਨੂੰ ਨਹੀਂ ਸਮਝ ਵਾਟਰ ਔਰ ਪਾਣੀ ਦੀ, ਉਹ ਲੜਾਈ ਕਰੇਗਾ ਕਿ ਤੂੰ ਵਾਟਰ ਕਹਿ ਕੇ ਪਾਣੀ ਲੈ ਆਇਆ, ਰਾਈਸ ਕਹਿ ਕੇ ਚੌਲ ਲੈ ਆਇਆ। ਇसी तरह ਜਿਹਨੂੰ ਸਮਝ ਹੈ ਅੱਲਾ ਵਾਹਿਗੁਰੂ ਇੱਕ ਹੈ, ਉਹ ਲੜੇਗਾ ਨਹੀਂ। ਪਰ ਜਿਹਨੂੰ ਸਮਝ ਨਹੀਂ ਹੈ, ਲੜਾਈਆਂ ਉਹੀ ਕਰਦੇ ਹੈ। ਜਿਨ੍ਹਾਂ ਦੇ ਅੰਦਰ ਅਗਿਆਨਤਾ ਹੈ, ਝਗੜੇ ਉਹੀ ਕਰਦੇ ਹੈ। ਪਰ ਜਿਨ੍ਹਾਂ ਦੀ ਅੰਦਰਲੀ ਵਿਵੇਕ ਦੀ ਅੱਖ ਖੁੱਲ ਜਾਂਦੀ ਹੈ, ਉਹਨਾਂ ਦੀ ਨਜ਼ਰਾਂ 'ਚ ਤਾਂ ਫਰਕ ਹੀ ਕੋਈ ਨਹੀਂ ਰਹਿ ਜਾਂਦਾ। ਇਸ ਲਈ ਦੱਸਣਾ ਚਾਹਾਂਗੇ ਵਾਹਦ, ਵਾਹਦ ਦਾ ਮਤਲਬ ਵੀ ਇੱਕ ਹੈ, ਔਰ ਇੱਕ ਓਂਕਾਰ ਦਾ ਮਤਲਬ ਵੀ ਇੱਕ ਹੈ। ਹੁਣ ਪਹਿਲਾਂ ਦੇਖੋ, ਗੁਰੂਆਂ ਨੇ ਕਿਹਾ ਇੱਕ ਓਂਕਾਰ, ਹੁਣ ਇੱਕ ਯਾਨੀ ਵਨ, ਓਂਕਾਰ ਦਾ ਮਤਲਬ ਉਹ ਨਾਦ, ਉਹ ਧਵਨੀ, ਕਿਉਂਕਿ ਓਂਕਾਰ ਇੱਕ ਨਾਦ ਹੈ, ਇੱਕ ਧਵਨੀ ਹੈ ਜੋ ਕਿ ਸਾਰੇ ਸੰਸਾਰ ਨੂੰ ਚਲਾ ਰਹੀ ਹੈ। ਹੁਣ ਇੱਧਰ ਵਾਹਦ ਹੂ, ਵਾਹਦ ਯਾਨੀ ਇੱਕ, ਔਰ ਜਿਹੜਾ ਹੂ ਹੈ ਨਾ, ਹੂ ਕੋਈ ਲਫ਼ਜ਼ ਨਹੀਂ ਹੈ, ਇੱਕ ਧਵਨੀ ਹੈ। ਹੂ ਇੱਕ ਨਾਦ ਹੈ, ਤਾਂ ਹੀ ਤਾਂ ਕਿਹਾ ਜਾਂਦਾ ਹੂ ਇੱਕ ਨਾਦ ਹੈ। ਔਰ ਇਹ ਹੂ ਨਾਦ ਤਾਂ ਰਿਸ਼ੀ ਮੁਨੀ ਵੀ ਕਰਦੇ ਆ ਗਏ ਹੈ, ਕਿਉਂਕਿ ਹੂ ਨਾਦ ਦਾ ਪ੍ਰਭਾਵ ਸਾਡੇ ਨਾਭੀ ਕੇਂਦਰ ਤੇ, ਇਹ ਨਾਭੀ ਕੇਂਦਰ ਦੇ ਚੱਕਰ ਨੂੰ ਜਗਾਉਣ ਤੇ ਬੜਾ ਪੈਂਦਾ ਹੈ। ਇਸ ਲਈ ਕਦੀ ਤੁਸੀਂ ਅੱਖਾਂ ਬੰਦ ਕਰਕੇ ਲੰਬਾ ਸਵਾਸ ਲੈ ਕੇ ਥੋੜਾ ਜਿਹਾ ਮੂੰਹ ਨੂੰ ਖੋਲ ਕੇ ਅਗਰ ਤੁਸੀਂ ਬੋਲੋ ਹੂ, ਤਾਂ ਤੁਸੀਂ ਦੇਖੋਗੇ ਤੁਹਾਡੀ ਪੂਰੀ ਵਾਈਬ੍ਰੇਸ਼ਨ ਹੋਏਗੀ, ਇਹ ਤੁਹਾਡੇ ਚੱਕਰਾਂ ਨੂੰ ਜਗਾਉਂਦਾ ਹੈ। ਹੂ ਇੱਕ ਨਾਦ ਹੈ, ਹੂ ਕੋਈ ਅਰਬੀ ਦਾ ਲਫ਼ਜ਼ ਨਹੀਂ, ਇੱਕ ਨਾਦ ਹੈ। ਇਸ ਲਈ ਹਜ਼ੂਰ ਮੁਹੰਮਦ ਨੇ ਵੀ ਇੱਕ ਦੇ ਨਾਲ ਨਾਦ ਨੂੰ ਜੋੜਿਆ, ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਕ ਦੇ ਨਾਲ ਨਾਦ ਨੂੰ ਜੋੜਿਆ, ਯਾਨੀ ਇੱਕ ਓਂਕਾਰ। ਓਂਕਾਰ ਨਾਦ ਹੈ, ਓਂਕਾਰ ਇਹ ਨਾਦ ਹੈ। ਸਮਝਦੇ ਹੋ ਕਿ ਨਹੀਂ? ਇੱਕ ਯਾਨੀ ਉਹ ਕਹਿੰਦੇ ਇੱਕੋ ਹੀ ਉਹ ਹੈ ਜੋ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ, ਉਹਦੀ ਧੁਨਕਾਰ ਹੀ ਸਭ ਦੇ ਅੰਦਰ। ਤਾਂ ਹੀ ਤਾਂ ਕਹਿੰਦੇ ਸ਼ਬਦੇ ਧਰਤੀ ਸ਼ਬਦੇ ਕਾ, ਸ਼ਬਦ ਯਾਨੀ ਨਾਦ ਜੋ ਸਾਨੂੰ ਸਭ ਨੂੰ ਜੀਵਨ ਦੇਣ ਵਾਲਾ ਹੈ। ਔਰ ਇਹ ਨਾਦ ਸਾਡੇ ਸਾਰਿਆਂ ਦੇ ਅੰਦਰ ਚੱਲ ਰਿਹਾ ਹੈ। ਇਹ ਨਾਦ ਪਸ਼ੂ ਪੰਛੀਆਂ ਦੇ ਅੰਦਰ ਵੀ ਚੱਲ ਰਿਹਾ ਹੈ, ਇਹ ਨਾਦ ਧਰਤੀ ਆਕਾਸ਼ ਵਿੱਚ ਵੀ ਚੱਲ ਰਿਹਾ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਚਲੇ ਜਾਓ, ਚਾਹੇ ਜ਼ਮੀਨ ਖੋਦ ਕੇ ਅੰਦਰ ਚਲੇ ਜਾਓ, ਚਾਹੇ ਪਾਣੀ ਅੰਦਰ ਚਲੇ ਜਾਓ, ਚਾਹੇ ਪਲੇਨ 'ਚ ਬਹਿ ਕੇ ਜਿੰਨੇ ਮਰਜ਼ੀ ਉੱਪਰ ਹਵਾ ਚਲੇ ਜਾਓ, ਇਹ ਨਾਦ ਤੁਹਾਨੂੰ ਹਰ ਜਗ੍ਹਾ ਆਪਣੇ ਅੰਦਰ ਸੁਣਾਈ ਦੇਗਾ, ਕਿਉਂਕਿ ਇਹ ਨਾਦ ਹੀ ਤਾਂ ਸਭ ਦਾ ਜੀਵਨ ਹੈ। ਤੁਸੀਂ ਮਿਟ ਵੀ ਜਾਓਗੇ, ਇਹ ਨਾਦ ਨਹੀਂ ਮਿਟਣਾ। ਇਸ ਲਈ ਇਸ ਨਾਦ ਬਾਰੇ, ਨਾਦ ਯਾਨੀ ਪ੍ਰਭੂ ਬਾਰੇ ਕਿਹਾ ਗਿਆ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਕਹਿੰਦੇ ਤੂੰ ਮਿਟ ਜਾਏਗਾ, ਪਰ ਜਿਹੜਾ ਨਾਦ, ਜਿਹੜਾ ਅਨਹਦ ਨਾਦ ਤੇਰੇ ਅੰਦਰ ਚੱਲ ਰਿਹਾ ਹੈ, ਸਭ ਨੂੰ ਚਲਾ ਰਿਹਾ ਹੈ, ਉਹ ਨਾ ਮਿਟਿਆ ਤਾਂ ਨਾ ਹੀ ਮਿਟਣਾ ਹੈ। ਕੱਲ ਨੂੰ ਤੇਰੀ ਹੋਂਦ ਮਿਟ ਸਕਦੀ ਹੈ, ਪਰ ਉਹਦੀ ਨਹੀਂ। ਇਸ ਲਈ ਸਮਝੋ ਕਿੰਨਾ ਇਹ ਚੀਜ਼ਾਂ ਜੁੜੀਆਂ ਹੋਈਆਂ ਹੈ, ਪਰ ਫਿਰ ਵੀ ਝਗੜੇ ਹੋ ਰਹੇ ਹੈ, ਫਿਰ ਵੀ ਫਸਾਦ ਹੋ ਰਹੇ ਹੈ, ਸਿਰਫ ਨਾ ਸਮਝੀ ਦੇ ਕਾਰਨ। ਇਸ ਲਈ ਹੁਣ ਆ ਜਾਈਏ ਵਾਹਦ ਹੂ ਲਾ ਸ਼ਰੀਕ, ਜਰਾ ਗੌਰ ਕਰਨਾ। ਔਰ ਇੱਧਰ ਕਿਹਾ ਏਕ ਓਂਕਾਰ ਸਤ ਨਾਮ। ਹੁਣ ਜਰਾ ਧਿਆਨ ਦੇਣਾ, ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਹੋ ਇਹ ਇੱਕ ਹੈ, ਔਰ ਇੱਕੋ ਹੀ ਨਾਦ, ਉਹ ਓਂਕਾਰ ਦਾ ਨਾਦ ਸਾਡੇ ਸਭ ਦੇ ਅੰਦਰ ਗੂੰਜ ਰਿਹਾ ਹੈ, ਸਾਨੂੰ ਸਭ ਨੂੰ ਜ਼ਿੰਦਗੀ ਦੇ ਰਿਹਾ ਹੈ, ਸਾਨੂੰ ਸਭ ਨੂੰ ਚਲਾ ਰਿਹਾ ਹੈ। ਔਰ ਫਿਰ ਅੱਗੇ ਕਿਹਾ ਸਤ ਨਾਮ, ਜਰਾ ਸਮਝਣਾ ਸਾਰੇ ਜੀ, ਸਤ ਨਾਮ। ਇੱਥੇ ਵੀ ਗੁਰੂ ਸਾਨੂੰ ਇੱਕ ਇਸ਼ਾਰਾ ਦੇ ਰਹੇ ਹੈ, ਪਰ ਅਸੀਂ ਉਹ ਇਸ਼ਾਰੇ ਨੂੰ ਨਹੀਂ ਸਮਝਦੇ, ਬਲਕਿ ਅਸੀਂ ਬਸ ਉਹ ਸ਼ਬਦ ਨੂੰ ਪਕੜ ਲੈਂਦੇ ਸਤਨਾਮ। ਪਰ ਗੁਰੂਆਂ ਦਾ ਇਸ਼ਾਰਾ ਕੀ ਸੀ?
ਉਹ ਇਸ਼ਾਰੇ ਨੂੰ ਸਮਝੀਏ ਕਿ ਗੁਰੂ ਕਹਿੰਦੇ ਹੈ ਸਤਨਾਮ ਯਾਨੀ ਪ੍ਰਮਾਤਮਾ ਦਾ ਅਸਲੀ ਨਾਮ, ਪ੍ਰਮਾਤਮਾ ਦੀ ਅਸਲੀ ਬੰਦਗੀ, ਪ੍ਰਮਾਤਮਾ ਦੀ ਅਸਲੀ ਭਗਤੀ ਉਦੋਂ ਹੀ ਹੋ ਸਕਦੀ ਹੈ ਜਦੋਂ ਤੂੰ ਸਤ ਦੇ ਨਾਲ ਜੁੜੇਗਾ। ਹੁਣ ਤੂੰ ਜੱਪੀ ਨਾਮ ਜਾਵੇਂ, ਕਰੀ ਝੂਠ ਦੇ ਕੰਮ ਜਾਵੇਂ, ਜੱਪੀ ਨਾਮ ਜਾਵੇਂ, ਬੋਲੀ ਝੂਠ ਜਾਵੇਂ। ਹੁਣ ਤੂੰ ਸੱਚ ਦੇ ਨਾਲ ਨਹੀਂ ਜੁੜਿਆ ਤਾਂ ਤੇਰਾ ਨਾਮ ਜਪਣ ਦਾ ਵੀ ਕੀ ਲਾਭ ਰਹਿ ਗਿਆ। ਉਹ ਕਹਿੰਦੇ ਅਸਲੀ ਬੰਦਗੀ ਤਾਂ ਸੱਚ ਦੇ ਨਾਲ ਜੁੜਨ ਦੀ ਹੈ, ਜਿਹਨੂੰ ਕਬੀਰ ਸਾਹਿਬ ਜਾਂ ਹੋਰ ਵੀ ਸੰਤਾਂ ਨੇ ਕਿਹਾ ਕਿ ਸੱਚ ਬਰਾਬਰ ਤਪ ਨਹੀਂ। ਉਹ ਕਹਿੰਦੇ ਅਸਲੀ ਤਪ ਤਾਂ ਸੱਚ ਦੇ ਮਾਰਗ ਤੇ ਚੱਲਣਾ ਹੈ। ਇਸ ਲਈ ਪਿਆਰਿਆ ਸੱਚਾਈ ਨੂੰ ਸਮਝ, ਆਪਣੇ ਜੀਵਨ 'ਚ ਸੱਚ ਲਿਆ। ਸੱਚ ਦਾ ਮਤਲਬ ਕੀ ਹੈ ਕਿ ਅੱਜ ਅੰਦਰੋਂ ਬੰਦਾ ਕੁਛ ਹੁੰਦਾ ਤਾਂ ਬਾਹਰੋਂ ਬੰਦਾ ਕੁਛ ਹੁੰਦਾ ਹੈ। ਅੰਦਰੋਂ ਬੰਦਾ ਜਾਣਦਾ ਹੈ ਕਿ ਮੈਂ ਇਹਨੂੰ ਧੋਖਾ ਦੇਣਾ ਤਾਂ ਬਾਹਰੋਂ ਬੰਦਾ ਉਹਦੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ। ਉਹ ਕਹਿੰਦੇ ਇਦਾਂ ਦੋਗਲੀ ਚਾਲ ਚੱਲ ਕੇ ਬਾਹਰੋਂ ਕੁਛ ਹੋਰ ਅੰਦਰੋਂ ਕੁਛ ਹੋਰ ਹੋ ਕੇ ਤੂੰ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਦਾ। ਪ੍ਰਮਾਤਮਾ ਤੱਕ ਕਦੋਂ ਪਹੁੰਚੇਗਾ? ਆਪਣੇ ਕਿਰਦਾਰ 'ਚ ਸੱਚਾਈ ਲਿਆ। ਕਿਰਦਾਰ 'ਚ ਸੱਚਾਈ ਦਾ ਮਤਲਬ ਕਿ ਆਪਣੇ ਅੰਦਰ ਪ੍ਰੇਮ ਐਸਾ ਪੈਦਾ ਕਰ ਲੈ ਕਿ ਤੇਰੇ ਅੰਦਰ ਵੀ ਪਿਆਰ ਹੋਵੇ ਤਾਂ ਤੇਰੇ ਬਾਹਰ ਵੀ ਪਿਆਰ ਹੋਵੇ। ਇਹ ਨਾ ਹੋਵੇ ਕਿ ਬਾਹਰੋਂ ਤਾਂ ਮਿੱਠੀਆਂ ਮਿੱਠੀਆਂ ਪਿਆਰ ਦੀਆਂ ਗੱਲਾਂ ਕਰੇ ਤਾਂ ਅੰਦਰੋਂ ਨਫ਼ਰਤ ਨਾਲ ਭਰਿਆ ਹੋਵੇ। ਜਿੱਦਾਂ ਬੰਦਾ ਪੁੱਛਦਾ ਹੈ ਨਾ ਜਾ ਕੇ ਰੇਹੜੀ ਤੇ, ਭਾਈ ਅਮਰੂਦ ਮਿੱਠੇ ਹੈ? ਉਹ ਕਹਿੰਦਾ ਹਾਂਜੀ ਮਿੱਠੇ ਹੈ। ਹੁਣ ਬੇਸ਼ੱਕ ਅਮਰੂਦ ਜਿੰਨੇ ਮਰਜ਼ੀ ਮਿੱਠੇ ਹੋਣ, ਘਰ ਲਿਆ ਕੇ ਤਾਂ ਅਸੀਂ ਲੂਣ ਲਾ ਕੇ ਖਾਣੇ ਹੁੰਦੇ ਆ ਨਾ। ਜਰਾ ਗੌਰ ਕਰਨਾ ਸਾਰੇ ਜੀਵਨ, ਲਾਣਾ ਤਾਂ ਲੂਣ ਹੀ ਹੁੰਦਾ ਨਾ ਉੱਤੇ। ਹੁਣ ਇਹੀ ਚੀਜ਼ਾਂ ਬਾਹਰੋਂ ਬੰਦਾ ਜਿੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰੇ, ਪਤਾ ਕੱਟ ਕੇ ਲਾਣਾ ਤਾਂ ਲੂਣ ਹੀ ਹੈ। ਅਸੀਂ ਆਪਣੇ ਫਾਇਦੇ ਦਾ, ਆਪਣੇ ਸਵਾਰਥ ਦਾ। ਸੋ ਏਦਾਂ ਦੋਗਲਾਪਨ ਜਦੋਂ ਚੱਲਦੇ ਆ ਤਾਂ ਫਿਰ ਉਹ ਭਗਤੀ ਇਬਾਦਤ ਕਰਨ ਦਾ ਫਾਇਦਾ ਕੀ ਹੈ? ਇਸ ਲਈ ਗੁਰੂਆਂ ਨੇ ਕਿਹਾ ਕਿ ਜੇ ਕੋਈ ਪੁੱਛੇ ਪ੍ਰਮਾਤਮਾ ਦਾ ਅਸਲੀ ਨਾਮ ਕੀ ਹੈ, ਉਹ ਕਹਿੰਦੇ ਪ੍ਰਭੂ ਦਾ ਅਸਲੀ ਨਾਮ ਤਾਂ ਸੱਤ ਹੈ। ਜਦੋਂ ਸੱਚਾਈ ਤੇਰੇ ਜੀਵਨ 'ਚ ਆ ਗਈ, ਅੰਦਰੋਂ ਤੂੰ ਆਪਣੇ ਆਪ ਨੂੰ ਐਸਾ ਬਣਾ ਲਿਆ, ਏਦਾਂ ਦਾ ਬਣਾ ਲਿਆ ਕਿ ਬਾਹਰ ਤੇਰਾ ਵੈਸਾ ਬਣ ਜਾਵੇ। ਯਾਨੀ ਅੰਦਰ ਤੇਰਾ ਐਸਾ ਹੋਵੇ ਕਿ ਜਿਹਦੇ 'ਚ ਸਭ ਦੇ ਵਾਸਤੇ ਪ੍ਰੇਮ ਹੋਵੇ, ਕਿਸੇ ਵਾਸਤੇ ਨਫ਼ਰਤ ਨਾ ਹੋਵੇ, ਔਰ ਉਹੀ ਕਿਰਦਾਰ ਤੇਰਾ ਬਾਹਰ ਚੱਲਣਾ ਚਾਹੀਦਾ ਹੈ। ਤੇਰੀ ਕਰਨੀ ਔਰ ਕਹਿਣੀ ਇੱਕ ਹੋਣੀ ਚਾਹੀਦੀ ਹੈ। ਫਿਰ ਹੈ ਤੇਰੀ ਅਸਲੀ ਇਬਾਦਤ, ਫਿਰ ਹੈ ਤੇਰੀ ਅਸਲੀ ਬੰਦਗੀ। ਇਸ ਲਈ ਉਹਨਾਂ ਦੱਸਿਆ ਇੱਕੋ ਹੀ ਤਾਂ ਸੱਤ ਹੈ, ਉਹ ਪ੍ਰਮਾਤਮਾ, ਉਹਦਾ ਨਾਮ। ਕਿਉਂਕਿ ਬਾਕੀ ਤਾਂ ਚੀਜ਼ਾਂ ਬਦਲਦੀਆਂ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਬੰਦਾ ਵੀ ਬਦਲਦਾ ਕਿ ਨਹੀਂ? ਅੱਜ ਤੁਹਾਡਾ ਰੂਪ ਕੁਛ ਹੋਰ ਹੈ, 10 ਸਾਲ ਬਾਅਦ ਰੂਪ ਕੁਛ ਹੋਰ ਹੋ ਜਾਣਾ। ਔਰ ਕਈ ਵਾਰ ਜੇ ਅੱਜ ਤੁਸੀਂ ਆਪਣੀ ਤਸਵੀਰ ਹੀ ਕਈ ਵਾਰ ਬਚਪਨ ਦੀ ਦੇਖੋ, ਤੁਸੀਂ ਕਹਿੰਦੇ ਅੱਛਾ ਮੈਂ ਇਦਾਂ ਦਾ ਸੀ। ਬੋਲੋ ਹੋ ਜਾਂਦਾ ਕਿ ਨਹੀਂ? ਹੁਣ ਬੰਦਾ ਦੇਖਦਾ ਕਿ ਬਚਪਨ 'ਚ ਮੈਂ ਇਦਾਂ ਦਾ ਸੀ, ਹੁਣ ਇਦਾਂ ਦਾ, ਯਾਨੀ ਇਹ 25 30 35 ਸਾਲਾਂ 'ਚ ਮੈਂ ਕਿੰਨਾ ਬਦਲ ਗਿਆ। ਕਹਿੰਦੇ ਹਰ ਚੀਜ਼ ਬਦਲ ਸਕਦੀ ਹੈ, ਪਰ ਇੱਕੋ ਹੀ ਸੱਤ ਹੈ ਜੋ ਨਾ ਬਦਲਿਆ ਹੈ ਤਾਂ ਨਾ ਹੀ ਬਦਲਣਾ ਹੈ। ਉਹ ਹੈ ਪ੍ਰਮਾਤਮਾ, ਉਹ ਹੈ ਪ੍ਰਭੂ। ਉਹਦੇ ਨਿਯਮ ਜੋ ਚੱਲ ਰਹੇ ਸੀ ਉਹ ਸਦਾ ਹੀ ਉਸੇ ਤਰ੍ਹਾਂ ਚੱਲਣੇ ਹੈ। ਇਸ ਲਈ ਤੇਰੇ ਅੰਦਰ ਬਦਲਾਵ ਆ ਸਕਦਾ ਹੈ, ਤੇਰੀ ਜ਼ਿੰਦਗੀ ਅੰਦਰ ਬਦਲਾਵ ਆ ਸਕਦਾ ਹੈ, ਪਰ ਉਹ ਸਦਾ ਕਾਇਮ ਦਾਇਮ ਹੈ। ਇਸ ਲਈ ਇਹ ਪਿਆਰਿਆ, ਉਸ ਤੇ ਭਰੋਸਾ ਰੱਖ, ਉਸ ਤੇ ਯਕੀਨ ਰੱਖ। ਜਰਾ ਗੌਰ ਕਰਨਾ ਸਾਰੇ ਜੀਵਾਂ ਨੇ। ਇਸ ਲਈ ਫਿਰ ਕਿਹਾ ਸਤਨਾਮ ਕਰਤਾ ਪੁਰਖ, ਕਿ ਉਹੀ ਤਾਂ ਹੈ ਕਰਤਾ ਪੁਰਖ। ਜਰਾ ਧਿਆਨ ਦੇਣ ਵਾਲੀ ਗੱਲ ਹੈ। ਔਰ ਇੱਧਰ ਇਹ ਵੀ ਦੱਸਾਂਗੇ ਹਜ਼ੂਰ ਮੁਹੰਮਦ ਸਾਹਿਬ ਨੇ ਕਿਹਾ ਵਾਹਦਹੂ ਲਾ ਸ਼ਰੀਕ ਲਹੂ, ਯਾਨੀ ਉਹ ਪ੍ਰਮਾਤਮਾ ਦਾ ਕੋਈ ਵੀ ਸ਼ਰੀਕ ਨਹੀਂ ਹੈ, ਯਾਨੀ ਉਹਦੀ ਬਰਾਬਰੀ ਦਾ ਹੋਰ ਕੋਈ ਨਹੀਂ ਹੈ। ਔਰ ਉਹੀ ਹੱਕ ਹੈ, ਉਹੀ ਸੱਚ ਹੈ, ਸਦਾ ਰਹਿਣ ਵਾਲਾ, ਜਿੱਦਾਂ ਇੱਧਰ ਦੱਸਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਹੁਣ ਜਰਾ ਪੁਆਇੰਟ ਦੇਖੀਏ ਕਿ ਮਤਲਬ ਉਹਦਾ ਵੀ ਉਹੀ ਨਿਕਲਦਾ ਹੈ ਤਾਂ ਮਤਲਬ ਇਹਦਾ ਵੀ ਇਹੀ ਨਿਕਲਦਾ ਹੈ। ਪਰ ਝਗੜੇ ਸਿਰਫ ਕਿੱਥੇ ਪੈ ਗਏ? ਭਾਸ਼ਾ ਨੂੰ ਲੈ ਕੇ, ਸਿਰਫ ਲੈਂਗੁਏਜ ਨੂੰ ਲੈ ਕੇ। ਔਰ ਅਸੀਂ ਇਹੀ ਚਾਹੁੰਦੇ ਕਿ ਤੁਹਾਡੇ ਅੰਦਰ ਵੀ ਵਿਵੇਕ ਦੀ ਉਹ ਅੱਖ ਖੁੱਲੇ ਤਾਂ ਕਿ ਤੁਸੀਂ ਵੀ ਇਹ ਦੇਖ ਸਕੋ ਕਿ ਇਹ ਦੋਨਾਂ ਭਾਸ਼ਾਵਾਂ ਦੇ ਅੰਦਰ ਜੋ ਸਮਝਾਇਆ ਗਿਆ ਹੈ ਉਹ ਮੀਨਿੰਗ ਤਾਂ ਇੱਕੋ ਹੀ ਹੈ, ਉਹ ਮਤਲਬ ਤਾਂ ਇੱਕੋ ਹੀ ਹੈ। ਜਰਾ ਸਮਝਣਾ ਸਾਰੇ ਜੀਵ। ਇਸ ਲਈ ਜਦੋਂ ਇਹ ਸੱਚਾਈ ਨੂੰ ਅਸੀਂ ਸਮਝ ਲੈਂਦੇ ਹਾਂ ਤਾਂ ਸਾਡੇ ਜੀਵਨ ਦੇ ਸਾਰੇ ਝਗੜੇ ਹੀ ਖਤਮ ਹੋ ਜਾਂਦੇ ਆ, ਸਾਡੇ ਸਾਰੇ ਜੀਵਨ ਦੀਆਂ ਪਰੇਸ਼ਾਨੀਆਂ ਹੀ ਮਿਟ ਜਾਂਦੀਆਂ ਹੈ। ਔਰ ਇਹਨਾਂ ਪਰੇਸ਼ਾਨੀਆਂ ਨੂੰ ਤਾਂ ਅਸੀਂ ਮਿਟਾਉਣਾ ਹੈ। ਫੇਰ ਹੀ ਸੰਸਾਰ ਤੇ ਪਿਆਰ ਦਾ ਵਾਤਾਵਰਨ ਹੋਏਗਾ, ਫੇਰ ਹੀ ਸੰਸਾਰ ਤੇ ਪਿਆਰ ਦੀ ਉਹ ਹਵਾ ਵਗੇਗੀ ਜਿਹੜੀ ਹਵਾ ਗੁਰੂ ਰਹਿਬਰ ਚਾਹੁੰਦੇ ਸੀ ਕਿ ਸੰਸਾਰ ਤੇ ਦੇਖਣ ਨੂੰ ਮਿਲੇ। ਇਸ ਲਈ ਜਰਾ ਸਾਰੇ ਜੀਵ ਸਮਝਣਾ। ਸਮਝਾਉਣ ਨੂੰ ਤਾਂ ਬਹੁਤ ਕੁਛ ਹੈ, ਪਰ ਅਸੀਂ ਦੇਖ ਰਹੇ ਹਾਂ ਹੁਣ ਸਮਾਂ ਵੀ ਕਾਫੀ ਹੋ ਚੁੱਕਾ ਹੈ। ਇਸ ਲਈ ਮਾਲਿਕ ਨੇ ਚਾਹਿਆ ਤਾਂ ਕਿਸੇ ਦਿਨ ਹਜ਼ੂਰ ਮੁਹੰਮਦ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨੀ ਤੇ ਅਲੱਗ-ਅਲੱਗ ਸਤਸੰਗ ਕਰਾਂਗੇ ਤਾਂ ਕਿ ਫਿਰ ਖੁੱਲ੍ਹ ਕੇ ਪੂਰਾ ਟਾਈਮ ਅਸੀਂ ਇਹ ਸਮਝ ਸਕੀਏ ਇਹਨਾਂ ਦੇ ਜੀਵਨ ਨੂੰ, ਕਿਉਂਕਿ ਸਮਝਾਉਣ ਨੂੰ ਬਹੁਤ ਕੁਛ ਹੈ। ਜਿੱਦਾਂ ਦੱਸਿਆ ਕਿ ਗੁਰੂਆਂ ਰਹਿਬਰਾਂ ਦੇ ਜੀਵਨ 'ਚ ਜਾਂ ਗੁਰੂਆਂ ਰਹਿਬਰਾਂ ਦੀ ਬਾਣੀ 'ਚ ਤਾਂ ਉਹ ਇਸ਼ਾਰੇ ਹੁੰਦੇ ਆ ਜਿਨ੍ਹਾਂ ਨੂੰ ਸਮਝ ਕੇ ਅਸੀਂ ਆਪਣਾ ਜੀਵਨ ਬਦਲ ਸਕਦੇ ਹਾਂ, ਜਿਨ੍ਹਾਂ ਨੂੰ ਸਮਝ ਕੇ ਅਸੀਂ ਆਪਣੇ ਜੀਵਨ 'ਚ ਬਦਲਾਵ ਲਿਆ ਸਕਦੇ ਹਾਂ। ਕਿਉਂਕਿ ਸਭ ਤੋਂ ਬੜੀ ਗੱਲ ਹੈ
ਕਿ ਜਿੱਦਾਂ ਪਹਿਲਾਂ ਹੀ ਦੱਸਿਆ ਕਿ ਸੰਤਾਂ ਦੀ ਸੰਗਤ ਵਿੱਚ ਬਹਿ ਕੇ ਸਾਡੀ ਸੋਚ ਬਦਲਦੀ ਹੈ। ਔਰ ਇਹ ਗੱਲ ਯਾਦ ਰੱਖੋ ਕਿ ਦੁਨੀਆ, ਇਹ ਸੰਸਾਰ, ਅਗਰ ਇਹਨੂੰ ਦੇਖਦੇ ਆ ਨਾ ਅਸੀਂ, ਤਾਂ ਯਾਦ ਰੱਖੋ ਜਿੰਨੇ ਪ੍ਰਕਾਰ ਦੇ ਲੋਕ ਸੰਸਾਰ ਨੂੰ ਦੇਖਦੇ, ਸੰਸਾਰ ਉਨੇ ਪ੍ਰਕਾਰ ਦਾ ਹੀ ਹੈ। ਕਿਉਂਕਿ ਹਰ ਕੋਈ ਆਪਣੀ ਨਜ਼ਰ ਨਾਲ ਦੇਖ ਰਿਹਾ ਹੈ, ਹਰ ਕੋਈ ਆਪਣੀ ਸੋਚ ਨਾਲ ਦੇਖ ਰਿਹਾ ਹੈ। ਔਰ ਜੇ ਹਜ਼ਾਰਾਂ ਹੀ ਸੋਚਾਂ, ਲੱਖਾਂ ਹੀ ਸੋਚਾਂ ਹੈ, ਤਾਂ ਲੱਖਾਂ ਜੀਵਾਂ ਨੂੰ ਸੰਸਾਰ ਵੀ ਅਲੱਗ-ਅਲੱਗ ਹੀ ਨਜ਼ਰ ਆਉਂਦਾ ਹੈ। ਕਿਉਂਕਿ ਜੇ ਹੁਣ ਤੁਸੀਂ ਇਦਾਂ ਸਮਝ ਲਓ, ਜੇ ਤੁਹਾਡੇ ਅੰਦਰ ਪ੍ਰੇਮ ਹੈ ਤਾਂ ਤੁਹਾਨੂੰ ਸੰਸਾਰ ਕੁਝ ਹੋਰ ਨਜ਼ਰ ਆਣਾ ਹੈ, ਜੇ ਤੁਹਾਡੇ ਅੰਦਰ ਕ੍ਰੋਧ ਹੈ ਤਾਂ ਤੁਹਾਨੂੰ ਸੰਸਾਰ ਕੁਝ ਹੋਰ ਨਜ਼ਰ ਆਣਾ ਹੈ, ਜੇ ਤੁਹਾਡੇ ਅੰਦਰ ਨਫ਼ਰਤ ਹੈ ਤਾਂ ਤੁਹਾਨੂੰ ਸੰਸਾਰ ਕੁਝ ਹੋਰ ਨਜ਼ਰ ਆਣਾ, ਜੇ ਤੁਹਾਡੇ ਅੰਦਰ ਕਰੁਣਾ ਹੈ ਤਾਂ ਤੁਹਾਨੂੰ ਸੰਸਾਰ ਕੁਝ ਹੋਰ ਨਜ਼ਰ ਆਣਾ ਹੈ। ਕਿਉਂਕਿ ਜੈਸੀ ਸਾਡੀ ਅੰਦਰ ਦੀ ਭਾਵਨਾ ਹੁੰਦੀ ਹੈ, ਜੈਸੀ ਸਾਡੀ ਅੰਦਰ ਦੀ ਸੋਚ ਹੁੰਦੀ ਹੈ, ਸਾਨੂੰ ਸੰਸਾਰ ਵੈਸਾ ਹੀ ਨਜ਼ਰ ਆਉਂਦਾ ਹੈ। ਇਸ ਲਈ ਕੋਸ਼ਿਸ਼ ਹੈ ਸਾਡੀ ਕਿ ਤੁਹਾਡੀ ਭਾਵਨਾ ਨੂੰ, ਤੁਹਾਡੀ ਸੋਚ ਨੂੰ, ਤੁਹਾਡੀ ਸਮਝ ਨੂੰ ਉਸ ਮੁਕਾਮ ਤੇ ਲੈ ਕੇ ਜਾਈਏ ਕਿ ਜਿੱਥੇ ਸਾਡੀ ਸਾਰਿਆਂ ਦੀ ਦ੍ਰਿਸ਼ਟੀ ਵਿੱਚ ਕਮ ਸੇ ਕਮ ਇੱਕ ਚੀਜ਼ ਤਾਂ ਆ ਸਕੇ ਕਿ ਬੇਸ਼ੱਕ ਅਸੀਂ ਅਲੱਗ-ਅਲੱਗ ਹੈ ਪਰ ਸਾਨੂੰ ਜਨਮ ਦੇਣ ਵਾਲੀ ਤਾਕਤ ਤਾਂ ਇੱਕੋ ਹੀ ਹੈ। ਤੁਹਾਡੀ ਸੁਰਤੀ ਨੂੰ ਉਸ ਮੁਕਾਮ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ। ਕਿਉਂਕਿ ਹੋਰ ਹੋ ਸਕਦਾ ਹੈ ਕਿ ਸਾਡੀ ਸੋਚ ਖਾਣ ਤੇ ਨਾ ਮਿਲੇ, ਇੱਕ ਬੰਦਾ ਕਹੇ ਮੈਨੂੰ ਦਾਲ ਪਸੰਦ ਹੈ, ਦੂਜਾ ਕਹੇ ਮੈਨੂੰ ਸਬਜ਼ੀ। ਹੋ ਸਕਦਾ ਸਾਡੀ ਸੋਚ ਕੱਪੜੇ ਤੇ ਨਾ ਮਿਲੇ, ਇੱਕ ਕਹੇਗਾ ਮੈਨੂੰ ਕੁੜਤਾ ਪਜਾਮਾ ਪਾਣਾ ਪਸੰਦ ਹੈ, ਦੂਜਾ ਕਹੇਗਾ ਕੋਟ ਪੈਂਟ ਪਾਣਾ। ਹੋ ਸਕਦਾ ਸਾਡੀ ਸੋਚ ਰੰਗਾਂ ਨੂੰ ਲੈ ਕੇ ਨਾ ਮਿਲੇ, ਪਰ ਸਾਡੀ ਅੰਦਰ ਦੀ ਭਾਵਨਾ ਨੂੰ ਉਸ ਉਚਾਈ ਤੱਕ ਲੈ ਕੇ ਜਾ ਸਕਦੇ ਹਾਂ ਜਿੱਥੇ ਸਾਡੀ ਸਾਰਿਆਂ ਦੀ ਸੋਚ ਇੱਥੇ ਇੱਕ ਹੋ ਸਕਦੀ ਹੈ ਕਿ ਭਾਈ ਠੀਕ ਹੈ, ਬਾਹਰੋਂ ਸਰੀਰ ਅਲੱਗ, ਪਹਿਰਾਵੇ ਅਲੱਗ ਹੈ, ਪਰ ਅੰਦਰ ਉਹ ਪ੍ਰਭੂ, ਉਹ ਪ੍ਰਮਾਤਮਾ ਸਾਨੂੰ ਜੋੜਨ ਵਾਲਾ ਤਾਂ ਇੱਕ ਹੈ। ਬਸ ਉਹੀ ਕੋਸ਼ਿਸ਼ ਹੈ। ਤਾਂ ਹੀ ਅਸੀਂ ਕਿਹਾ ਕਿ ਸਤਸੰਗ ਵਿੱਚ ਸਾਡੇ ਸਰੀਰ ਨੂੰ ਨਹੀਂ ਬਦਲਿਆ ਜਾਂਦਾ, ਉੱਥੇ ਸਾਡੀ ਸੋਚ ਨੂੰ ਬਦਲਿਆ ਜਾਂਦਾ ਹੈ। ਕਿਉਂਕਿ ਜਦੋਂ ਸਾਡੀ ਅੰਦਰ ਦੀ ਅਵਸਥਾ ਬਦਲਦੀ ਹੈ ਤਾਂ ਫਿਰ ਸੰਸਾਰ ਬਦਲ ਜਾਂਦਾ ਹੈ। ਜਿੱਦਾਂ ਤੇ ਇੱਕ ਛੋਟੀ ਜਿਹੀ ਕਹਾਣੀ ਦੱਸਣਾ ਚਾਹਾਂਗੇ ਔਰ ਫਿਰ ਸਤਸੰਗ ਦੀ ਸਮਾਪਤੀ ਕਰਾਂਗੇ ਕਿ ਇੱਕ ਵਾਰ ਇੱਕ ਬਜ਼ੁਰਗ ਸੁੱਤਾ ਪਿਆ ਸੀ। ਬਜ਼ੁਰਗ ਸੁੱਤਾ ਪਿਆ ਸੀ। ਹੁਣ ਬਜ਼ੁਰਗ ਜਦੋਂ ਸੁੱਤਾ ਸੀ ਤਾਂ ਉਹਦੇ ਪੋਤੇ ਨੇ ਮਜ਼ਾਕ 'ਚ ਸੁੱਤੇ ਨੇ ਕੀ ਕੀਤਾ, ਆਪਣੇ ਦਾਦਾ ਜੀ ਦੀਆਂ ਮੁੱਛਾਂ ਦੇ ਉੱਪਰ ਉਹਨਾਂ ਇੱਕ ਬਦਬੂਦਾਰ ਪੇਸਟ ਲਗਾ ਦਿੱਤਾ, ਜਿਹ 'ਚੋਂ ਬੜੀ ਦੁਰਗੰਧ ਆ ਰਹੀ ਸੀ, ਬੜੀ ਦੁਰਗੰਧ ਆ ਰਹੀ ਸੀ। ਹੁਣ ਜਦੋਂ ਦਾਦਾ ਜੀ ਦੀਆਂ ਮੁੱਛਾਂ ਦੇ ਲਾਤਾ ਤਾਂ ਦਾਦਾ ਜੀ ਸੁੱਤੇ ਪਏ ਆ, ਪਰ ਜਿੱਦਾਂ ਹੀ ਉਹ ਦੁਰਗੰਧ ਉਹਨਾਂ ਨੂੰ ਆਣੀ ਸ਼ੁਰੂ ਹੋਈ, ਉੱਠੇ। ਉਹ ਕਹਿੰਦੇ ਘਰ 'ਚੋਂ ਬਦਬੂ ਬੜੀ ਆ ਰਹੀ ਹੈ, ਆ ਘਰ 'ਚ ਕੀ ਹੈ, ਬੜੀ ਬਦਬੂ ਆ ਰਹੀ ਹੈ। ਉੱਠ ਕੇ ਕਮਰਾ ਚੈੱਕ ਕੀਤਾ, ਬੜੀ ਬਦਬੂ ਹੈ। ਫਿਰ ਉੱਠ ਕੇ ਬਾਹਰ ਗਏ, ਬਾਹਰ ਕਹਿੰਦੇ ਬੜੀ ਬਦਬੂ ਹੈ। ਔਰ ਆਪਣੇ ਨੂੰਹ ਨੂੰ ਆਵਾਜ਼ ਮਾਰੀ, ਆਪਣੇ ਬੇਟੇ ਨੂੰ ਆਵਾਜ਼ ਮਾਰੀ ਕਿ ਬੇਟਾ ਇੰਨੀ ਬਦਬੂ ਕਿਉਂ ਘਰ 'ਚੋਂ ਆ ਰਹੀ ਹੈ। ਉਹ ਕਹਿੰਦੇ ਬਾਪੂ ਜੀ ਸਾਨੂੰ ਤਾਂ ਆ ਨਹੀਂ ਰਹੀ, ਕਿੱਥੇ ਹੈ ਬਦਬੂ। ਉਹ ਕਹਿੰਦਾ ਬਦਬੂ ਹੈ, ਇੰਨੀ ਦੁਰਗੰਧ ਆ ਰਹੀ ਹੈ, ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਆ ਰਹੀ। ਚੱਲਾਂ ਮੈਂ ਘਰ ਤੋਂ ਬਾਹਰ, ਚਲਾ ਗਿਆ ਬਾਹਰ। ਘਰ ਦੇ ਬਾਹਰ ਗਿਆ ਤਾਂ ਘਰ ਦੇ ਬਾਹਰ ਵੀ ਕਹਿੰਦਾ ਕਮਾਲ ਦੀ ਗੱਲ, ਅੱਜ ਤਾਂ ਸਾਰੀ ਦੁਨੀਆ 'ਚ ਬਦਬੂ ਆ ਰਹੀ ਹੈ। ਘਰ ਦੇ ਵਿੱਚ ਵੀ ਉਹੀ ਦੁਰਗੰਧ। ਹੁਣ ਬਾਹਰ ਆ ਗਿਆ, ਉੱਥੇ ਵੀ ਦੁਰਗੰਧ। ਚਲਾ ਮੈਂ ਫੁੱਲਾਂ ਦੇ ਕੋਲ, ਆ ਕੋਲ ਹੀ ਬਾਗ ਹੈ, ਉੱਥੇ ਜਾਵਾਂ। ਉਹ ਬਾਗ ਕੋਲ ਚਲਾ ਗਿਆ, ਉੱਥੇ ਵੀ ਫੁੱਲ ਤੋੜੇ। ਉਹ ਕਹਿੰਦਾ ਫੁੱਲਾਂ ਅੰਦਰ ਵੀ ਦੁਰਗੰਧ, ਕਮਾਲ ਦੀ ਗੱਲ ਹੋ ਕੀ ਗਿਆ ਦੁਨੀਆ ਨੂੰ। ਇਹ ਪੂਰੀ ਦੁਨੀਆ ਦੁਰਗੰਧ ਨਾਲ ਕਿੱਦਾਂ ਭਰ ਗਈ, ਬਦਬੂ ਨਾਲ ਕਿੱਦਾਂ ਭਰ ਗਈ। ਬੜਾ ਪਰੇਸ਼ਾਨ ਹੋਇਆ, ਬੜਾ ਦੁਖੀ ਹੋਇਆ। ਘਰ ਵਾਪਸ ਆ ਰਿਹਾ ਹੈ ਦੁਖੀ ਹੋ ਕੇ, ਕਹਿੰਦਾ ਅੱਜ ਤਾਂ ਦੁਨੀਆ ਤੇ ਬਦਬੂ ਹੀ ਬਦਬੂ ਹੋ ਗਈ, ਇੰਨੀ ਦੁਰਗੰਧ ਹੋ ਗਈ। ਕਹਿੰਦੇ ਗੁੱਸੇ 'ਚ ਘਰ ਆਇਆ। ਜਦੋਂ ਪਰੇਸ਼ਾਨੀ ਨਾਲ ਬੈਠਾ ਹੈ ਤਾਂ ਉਸ ਵੇਲੇ ਉਹਦਾ ਬੇਟਾ ਆਇਆ, ਕਹਿੰਦਾ ਬਾਪੂ ਜੀ ਮੂੰਹ ਧੋ ਲਓ। ਉਹ ਕਹਿੰਦਾ ਕੀ ਹੋਇਆ। ਕਹਿੰਦਾ ਨਹੀਂ, ਬੇਟੇ ਨੇ ਦੱਸਿਆ, ਮੇਰੇ ਬੇਟੇ ਨੇ, ਤੁਹਾਡੇ ਪੋਤੇ ਨੇ ਆ ਤੁਹਾਡੀਆਂ ਮੁੱਛਾਂ ਦੇ ਵਾਲਾਂ ਤੇ ਉਹਨਾਂ ਬਦਬੂਦਾਰ ਪੇਸਟ ਲਗਾਤਾ ਸੀ। ਹੁਣ ਬਾਪੂ ਨੇ ਜਦੋਂ ਮੂੰਹ ਧੋਤਾ, ਮੁੱਛਾਂ ਧੋਤੀਆਂ, ਕਹਿੰਦਾ ਸ਼ੁਕਰ ਹੈ ਹੁਣ ਕਿਤੇ ਦੂਰ ਹੋਈ। ਕਹਿੰਦਾ ਮੈਂ ਪਾਗਲ, ਮੈਂ ਸੋਚੀ ਜਾਵਾਂ ਕਮਰੇ 'ਚੋਂ ਆ ਰਹੀ ਹੈ, ਫੁੱਲਾਂ 'ਚੋਂ ਆ ਰਹੀ ਹੈ, ਮੈਂ ਸੋਚੀ ਜਾਵਾਂ ਪੂਰੀ ਦੁਨੀਆ 'ਚੋਂ ਆ ਰਹੀ ਹੈ, ਪਰ ਮੈਨੂੰ ਕੀ ਪਤਾ ਸੀ ਤਾਂ ਮੇਰੀਆਂ ਮੁੱਛਾਂ 'ਚੋਂ ਹੀ ਆ ਰਹੀ ਸੀ। ਹੁਣ ਇਹ ਕਹਾਣੀ ਕਿਉਂ ਦੱਸੀ ਹੈ। ਜੋ ਹਾਲ ਉਸ ਬਾਪੂ ਦਾ ਹੈ ਨਾ, ਉਹ ਹਾਲ ਕਿਤੇ ਨਾ ਕਿਤੇ ਹਰ ਇਨਸਾਨ ਦਾ ਹੀ ਹੈ ਕਿ ਜਦੋਂ ਇਨਸਾਨ ਕਵੇ ਚਾਰੋਂ ਪਾਸੇ ਨਫ਼ਰਤ, ਚਾਰੋਂ ਪਾਸੇ ਬੈਰ, ਚਾਰੋਂ ਪਾਸੇ ਇਹ ਬੋ, ਇਹਦਾ ਮਤਲਬ ਚਾਰੋਂ ਪਾਸੇ ਨਹੀਂ ਹੈ, ਇਹ ਤੁਹਾਡੇ ਅੰਦਰ ਹੀ ਹੈ। ਇਹ ਨਫ਼ਰਤ ਦੀ ਦੁਰਗੰਧ ਇਹ ਤੁਹਾਡੇ ਅੰਦਰ ਹੀ ਹੈ। ਇਹ ਬੈਰ ਵਿਰੋਧਤਾ ਦੀ ਦੁਰਗੰਧ ਜਿਹੜੀ ਤੁਹਾਨੂੰ ਚਾਰੋਂ ਪਾਸੇ ਨਜ਼ਰ ਆ ਰਹੀ ਹੈ। ਬਸ ਜ਼ਰੂਰਤ ਕੀ ਹੈ, ਆਪਣੇ ਆਪ ਨੂੰ ਬਦਲਣ ਦੀ। ਜਿਹਦਾ ਹਮੇਸ਼ਾ ਦੱਸੀਦਾ ਹੈ, ਨਜ਼रें बदल गई तो नज़ारे बदल गए, कश्ती ने बदला रुख तो किनारे बदल गए। कि गल तो नज़र बदलन दी है, जिद्दां ही नज़र बदली नज़ारा भी बदल जाता है। और जिस तरह ही कश्ती ने एक तुहाडी गड्डी ने अपना मूँह मोड़िया तो तुहाडा जिहड़ा इशारा है, मंजिल है, वो भी बदल गई। बोलो बदल जाती है कि नहीं।
ਹੁਣ ਗੱਡੀ ਦਾ ਮੂੰਹ ਐ ਨੂੰ ਤਾਂ ਗੱਡੀ ਉੱਧਰ ਜਾਏਗੀ, ਹੁਣੇ ਗੱਡੀ ਦਾ ਮੂੰਹ ਐ ਨੂੰ ਹੋ ਗਿਆ ਗੱਡੀ ਇੱਧਰ ਚਲੀ ਜਾਏਗੀ। ਯਾਨੀ ਗੱਲ ਤਾਂ ਸਿਰਫ ਬਦਲਣ ਦੀ ਹੈ। ਨਜ਼रें बदल गई तो नज़ारे बदल गए, कश्ती ने बदला रुख तो किनारे, किनारा भी बदल जाता है जो कश्ती अपना मुंह बदल लेंदी है। इसी तरह तुहानू भी अपनी सोच बदलने की जरूरत है, तो तुहाडी जिंदगी भी बदल जाएगी। क्यों सोचते हो चारों पासे दुख ही दुख है? क्यों अपनी मुछां ते दुखों का पेस्ट लाया होया है? आओ ये पेस्ट नूं उतारीए, मूँह धोईए मालिक की रहमत दे नाल, और ये महसूस करिए कि चारों पासे खुशियां दी महक है, चारों पासे हसी दी खुशबू है। क्योंकि जे हसी दी खुशी दी महक नूं महसूस करना शुरू कर दिता तो फिर सानू हर जगह उही मिलेगी। जिदा ये दादे ने कहा ना, हर जगह दुर्गंध ही दुर्गंध है। हुण बंदा भी कहता हर पासे दुख ही दुख है। मैं घर जावां तां दुखी, बाहर जावां तां दुखी, दुकान ते जावां तां दुखी, बाजार जावां तां दुखी। वो दुख बाजार च नहीं है, दुख तेरे अंदर ही है। तू अंदर इन्ना दुख नूं भर लिया है कि हर पासे तेनों दुख की दुर्गंध आ रही है। हुण जरा विश्वास रख, यकीन रख और महसूस कर कि मेरा मालिक मेरे नाल है, मैनूं कोई दुख नहीं है, मेरा मालिक मेरे नाल है, मैं बड़ा आनंद विच हां। जरा महसूस कर, जिद्दां ही तू आनंद की भावना अपने अंदर लियांदी तां तैनूं हर चीज़ आनंद देना शुरू कर देगी। जरा महसूस करके देखो कि मेरे अंदर आनंद ही आनंद है, मैं खुश हाँ, मैं खुश हाँ, मेरा मालिक मेरे नाल है, मैं आनंद नाल भरपूर है क्योंकि मेरा मालिक मेरे नाल है। बस जरा इस आनंद नूं महसूस करना शुरू कर दिओ, फिर देखो तुसीं जिधर जाओगे तुसीं कहना अज चारों पासे खुशियां मिल रही हैं। क्योंकि गल हमेशा याद रखो, परमात्मा ने तुहानूं चुंबक की तरह बनाया है, मैगनेट की तरह। हुण तुसीं ये गल हमेशा याद रखनी, तुहाडे अंदर एक वो चुंबक है कि जैसा तुसीं अंदरों सोचना शुरू कर देना, उही चीज़ ने तुहाडी तरफ आकर्षित होना शुरू कर देना है। जे तुसीं सोच लिया मैं नाकामयाब, मैं नाकामयाब, मैं दुखी, तो फिर दुख ही तुहाडी तरफ आणगे, नाकामियां ही तुहाडी तरफ आणगियां। तो जे तुसीं सोच लिया मेरा मालिक मेरे नाल है, मैनूं कामयाब होण तो कोई नहीं रोक सकदा, मेरा मालिक मेरे नाल है, मैं हर जगह कामयाब हो सकदा हाँ, मेरा मालिक मेरे नाल है, मैनूं हर जगह कामयाबी मिलेगी। अगर इदां दी भावना तुहाडे अंदर आ गई तो तुसीं देखोगे कामयाबी तुहाडी तरफ खिंची चली आएगी।